ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੰ, ਹਿਰਦੈ ਧਿਆਵੰ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੰ, ਸ਼੍ਰੀ ਅਰਜਨ ਬਿਘਨਾ ਕੇ ਨਾਸਕ, ਬਿਘਨਾ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦਾਂ ਕਰ ਅਨੁਰਾਗਾ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨਾ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨਾ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੋਹਰਾ ਦੀਪਕ ਸਤਿਗੁਰ ਸ਼ਬਦ ਕਰ, ਸਦਨ ਹਿਰਦੇ ਮਹਿ ਬਾਰ। ਤਮ ਅਗਿਆਨ ਨਿਵਾਰਕੈ, ਸਾਰ ਆਸਾਰ ਵਿਚਾਰ। ਦੀਪਕ ਸਤਿਗੁਰ ਸ਼ਬਦ ਕਰ, ਸਦਨ ਹਿਰਦੇ ਮਹਿ ਬਾਰ। ਤਮ ਅਗਿਆਨ ਨਿਵਾਰਕੈ, ਸਾਰ ਆਸਾਰ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ ਜੁਗਾਹੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਿਕ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ
ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਮਾਉਣੇ ਦੀ ਪੂਰੀ ਤਿਆਰੀ ਕਰ ਲਈ ਹੈ। ਸਤਿਗੁਰੂ ਮਹਾਰਾਜ ਜੀ ਨੇ ਕਮਰ ਕਸਾ ਕੱਸ ਲਿਆ। ਪੂਰਾ ਜਦੋਂ ਪ੍ਰਬੰਧ ਹੋ ਗਿਆ, ਦੂਜੇ ਪਾਸਿਓਂ ਦੇਵ ਲੋਕ ਤੋਂ ਦੇਵਤੇ ਜਿਹੜੇ ਹਨ ਦਿਵਯ ਸਰੂਪ ਦੇ ਵਿੱਚ ਆ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਜਸ ਕਰਦੇ। ਕਵੀ ਰਾਜ ਜੀ ਨੇ ਉਹਨਾਂ ਦਾ ਵੀ ਵਰਣਨ ਕਰਨਾ ਕੀਤਾ। ਕਿਹੜਾ ਕਿਹੜਾ ਦੇਵਤਾ ਆਇਆ ਸੀ। ਸ਼ਿਵ ਜੀ ਭਗਵਾਨ ਹੋਏ ਹਨ, ਵਿਸ਼ਨੂੰ ਜੀ, ਬ੍ਰਹਮਾ, ਪਾਰਵਤੀ, ਸਰਸਵਤੀ ਆਦਿਕ। ਇਹ ਸਾਰੇ ਜਿਹੜੇ ਹਨ ਸਤਿਗੁਰੂ ਮਹਾਰਾਜ ਜੀ ਨੂੰ ਲੈਣ ਵਾਸਤੇ, ਸਤਿਗੁਰੂ ਮਹਾਰਾਜ ਜੀ ਦਾ ਸਤਿਕਾਰ ਕਰਨ ਵਾਸਤੇ ਇਹ ਆਏ। ਆ ਕਰਕੇ ਇਹਨਾਂ ਨੇ ਗੁਪਤ ਤੌਰ ਤੇ ਵਿਰਾਜਮਾਨ ਹੋਣਾ ਕੀਤਾ। ਦੂਜੇ ਪਾਸਿਓਂ ਦੇਵ ਲੋਕ ਤੋਂ ਵਿਵਾਨ ਵੀ ਜਿਹੜਾ ਹੈ ਉਹ ਵੀ ਤਿਆਰ ਹੋ ਕਰਕੇ ਆਇਆ। ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਜਿੱਥੇ ਦਬ ਵਿਛਾਈ ਗਈ ਸੀ, ਵਿਛਾਉਣਾ ਜਿੱਥੇ ਕਰਨਾ ਕੀਤਾ, ਉੱਥੇ ਜਾ ਕਰਕੇ ਸਾਰਿਆਂ ਨੂੰ ਅੰਤਮ ਫਤਿਹ ਬੁਲਾ ਕਰਕੇ ਸਤਿਗੁਰੂ ਮਹਾਰਾਜ ਲੰਬੇ ਪੈ ਗਏ। ਤੇ ਚਾਦਰਾ ਜਿਹੜਾ ਹੈ ਦੂਜਾ, ਪਹਿਲਾਂ ਹੀ ਸਤਿਗੁਰੂ ਮਹਾਰਾਜ ਜੀ ਨੇ ਭਾਈ ਸਧਾਰਨ ਨੂੰ ਕਿਹਾ 2 ਚਾਦਰੇ ਜਿਹੜੇ ਉਹਦਾ ਭਾਈ ਉਹਨੂੰ ਚੰਗੀ ਤਰ੍ਹਾਂ ਧੋ ਕਰਕੇ ਰੱਖਣਾ ਕਰ। ਆਪ ਮਹਾਰਾਜ ਜੀ ਨੇ ਵਿਦ ਦੱਸੀ ਸੀ ਕਿ ਇੱਕ ਚਾਦਰਾ ਜਿਹੜਾ ਹੇਠ ਵਿਛਾਉਣਾ, ਤੇ ਦੂਜਾ ਚਾਦਰਾ ਮਹਾਰਾਜ ਜੀ ਨੇ ਆਪਣੇ ਉੱਤੋਂ ਲੈ ਲਿਆ। ਲੈ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਫਿਰ ਸੰਗਤਾਂ ਨੇ ਜਦੋਂ ਵੇਖਣਾ ਕੀਤਾ, ਨਬਜ਼ ਆਦਿਕ ਟਟੋਲਣੀ ਕੀਤੀ ਹੈ, ਕੋਈ ਹਰਕਤ ਨਹੀਂ ਹੋਈ। ਉਹਨਾਂ ਨੇ ਅਨੁਮਾਨ ਲਾ ਲਿਆ ਕਿ ਲੱਗਦਾ ਸਤਿਗੁਰੂ ਮਹਾਰਾਜ ਜੋਤੀ ਜੋਤ ਸਮਾ ਗਏ। ਇੱਕਦਮ ਪਿਆਰਿਓ ਸਾਰਿਆਂ ਦੇ ਮਨ ਦੇ ਵਿੱਚ, ਕਿਉਂਕਿ ਮਹਾਰਾਜ ਜੀ ਜਦੋਂ ਤੱਕ ਇਸ ਸਰੀਰ ਦੇ ਵਿੱਚ ਮੌਜੂਦ ਸਨ ਤਾਂ ਉਹਨਾਂ ਨੂੰ ਭੈ ਸੀ ਸਤਿਗੁਰੂ ਮਹਾਰਾਜ ਜੀ ਦਾ। ਮਹਾਰਾਜ ਜੀ ਦਾ ਬਚਨ ਉਹਨਾਂ ਨੇ ਮੰਨਿਆ। ਵੈਰਾਗ ਤਾਂ ਭਰਿਆ ਹੋਇਆ ਸੀ, ਉਛਾਲੇ ਮਾਰ ਰਿਹਾ ਸੀ, ਲੇਕਿਨ ਵੈਰਾਗ ਨੂੰ ਇਹਨਾਂ ਨੇ ਰੋਕ ਕਰਕੇ ਰੱਖਿਆ। ਜਦੋਂ ਪਤਾ ਚੱਲਿਆ ਸਤਿਗੁਰੂ ਮਹਾਰਾਜ ਜੀ ਨੇ ਭਾਣਾ ਵਰਤਾ ਦਿੱਤਾ, ਉਹ ਬੰਨ ਜਿਹੜਾ ਪਿਆਰਿਓ ਟੁੱਟ ਗਿਆ। ਵਿਰਾਗ ਜਿਹੜਾ ਝਲਕ ਕਰਕੇ ਉੱਤੇ ਉਛਾਲੇ ਮਾਰ ਕਰਕੇ ਪੈ ਗਿਆ। ਵਿੱਚ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਇਹ ਪਹੁੰਚ ਰਹੇ ਸਨ ਤੇ ਇਹਨਾਂ ਨੇ ਵੇਖਿਆ ਕਿ ਭਾਈ ਇੱਥੇ ਲੱਗਦਾ ਭਾਣਾ ਵਰਤ ਗਿਆ। ਭੀੜ ਲੱਗੀ ਹੋਈ ਹੈ। ਉਹਨਾਂ ਨੂੰ ਚੀਰਦਿਆਂ ਹੋਇਆਂ ਜਦੋਂ ਅੱਗੇ ਨੂੰ ਗਏ, ਮਾਤ ਜੀ ਨੇ ਵੇਖਿਆ। ਮਾਤ ਸੁਲੱਖਣੀ ਜੀ ਨੇ ਕਿਹਾ ਕਿ ਬੇਟਾ ਬਹੁਤ ਤੁਸਾਂ ਨੇ ਦੇਰੀ ਕਰ ਦਿੱਤੀ ਹੈ, ਜੇ ਪਹਿਲੇ ਆ ਜਾਂਦੇ ਤਾਂ ਬਹੁਤ ਵਧੀਆ ਰਹਿਣਾ ਸੀ। 2 ਵਾਰੀ ਤੁਹਾਨੂੰ ਅਸਾਂ ਨੇ ਬੇਨਤੀ ਕੀਤੀ, ਸੱਦਿਆ, ਲੇਕਿਨ ਤੁਸੀਂ ਨਹੀਂ ਆਏ। ਤੇ ਹੁਣ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਸਪੁੱਤਰਾਂ ਨੂੰ ਪਤਾ ਚੱਲਿਆ ਕਿ ਸਤਿਗੁਰੂ ਮਹਾਰਾਜ ਜੀ ਦੇ ਉਹਨਾਂ ਨੂੰ ਪਤਾ ਚੱਲਿਆ ਅਸੀਂ ਤਾਂ ਆਮ ਮਨੁੱਖ ਜਾਣ ਕਰਕੇ ਮਹਾਰਾਜ ਜੀ ਨੂੰ ਸਮਝਿਆ, ਤੇ ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਨੇੜਤਾ ਦਾ ਜਿੱਥੇ ਸੰਬੰਧ ਹੋ ਜਾਵੇ ਉਹਦੀ ਕਦਰ ਕੀਮਤ ਜਿਹੜੀ ਹੈ ਘਟਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰੀ ਆਪਾਂ ਵੇਖਦੇ ਹਾਂ ਕਿ ਕੋਈ ਦੂਰ ਜਦੋਂ ਦੂਰੋਂ ਆਉਂਦਾ ਉਹਨਾਂ ਦੇ ਮਨ ਦੀ ਸ਼ਰਧਾ ਬੜੀ ਵੱਖਰੀ ਹੁੰਦੀ ਹੈ। ਹੁਣ ਆਈ ਤਾਂ ਆਪ ਜੀ ਵੇਖ ਲਓ, ਆਪਾਂ ਰੋਜ਼ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਜਾਂ ਜਿਹੜੇ ਨਿੱਤ ਦੇ ਸੇਵਾਦਾਰ ਡਿਊਟੀ ਵਾਲੇ, ਉਹਨਾਂ ਨੂੰ ਇੱਕ ਡਿਊਟੀ ਦਾ ਟਾਈਮ ਹੁੰਦਾ, ਭਾਈ ਆ ਆਪਣੀ ਡਿਊਟੀ ਹੈ, ਮੈਂ ਆਪਣਾ ਕੰਮ ਕਰਨਾ, ਉਸ ਤੋਂ ਬਾਅਦ ਜੀ ਚਲੋ ਜੀ ਮੇਰੀ ਛੁੱਟੀ ਹੋ ਗਈ, ਚੱਲ ਜਾਓ। ਉਹ ਪਿਆਰਿਓ ਭਾਵਨਾ ਨਹੀਂ ਰਹਿੰਦੀ ਹੈ, ਉਹ ਸਤਿਕਾਰ ਨਹੀਂ ਰਹਿੰਦਾ। ਹਾਂ, ਕੋਈ ਦੂਰੋਂ ਚੱਲ ਕੇ ਆ ਜਾਵੇ ਤੇ ਫਿਰ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਭਾਵਨਾ ਹੁੰਦੀ ਹੈ ਕਿ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਅਸਥਾਨ ਹੈ, ਸਤਿਗੁਰੂ ਮਹਾਰਾਜ ਜੀ ਦਾ ਤਖਤ ਸਾਹਿਬ ਹੈ, ਇੱਥੇ ਅਦਬ ਦੇ ਨਾਲ ਪੇਸ਼ ਆਉਣਾ ਚਾਹੀਦਾ। ਗੁਰੂ ਘਰ ਕਰਕੇ ਉਹ ਜਾਣਦੇ ਹਨ। ਕਈ ਵਾਰੀ ਪਿਆਰਿਓ ਜਿਹੜੇ ਬਹੁਤ ਲਾਗੇ ਹੋ ਜਾਂਦੇ, ਉਹ ਗੁਰੂ ਘਰ ਨੂੰ ਗੁਰੂ ਘਰ ਨਹੀਂ ਰਹਿਣ ਦਿੰਦੇ ਹਨ, ਗੁਰੂ ਘਰ ਨੂੰ ਉਹ ਆਪਣਾ ਘਰ ਬਣਾ ਕਰਕੇ ਵਰਤਣ ਦਾ ਯਤਨ ਕਰਦੇ। ਇਹੀ ਸੋਚਦੇ ਕਾਹਦਾ ਭਾਈ ਗੁਰੂ ਘਰ, ਇਹ ਤਾਂ ਆਪਣਾ ਘਰ, ਮੱਲਾ ਮਾਰ ਕਰਕੇ ਜੱਫੇ ਮਾਰ ਕਰਕੇ ਬਹਿ ਜਾਂਦੇ ਹਨ। ਨਹੀਂ ਪਿਆਰਿਓ, ਗੁਰੂ ਘਰ ਨੂੰ ਗੁਰੂ ਘਰ ਹੀ ਰੱਖਣਾ ਚਾਹੀਦਾ। ਇਸ ਕਰਕੇ
ਵਿਦਵਾਨ ਮਹਾਂਪੁਰਖਾਂ ਦਾ ਇਹ ਕਥਨ ਹੈ, ਉਹ ਦੱਸਿਆ ਕਰਦੇ ਸਨ ਕਿ ਗੁਰੂ ਘਰ ਦੇ ਵਿੱਚ ਪਿਆਰਿਓ ਜਦੋਂ ਵੀ ਜਾਈਦਾ, ਜਿੰਨਾ ਸਮਾਂ ਤੁਸੀਂ ਲਾਹਾ ਲੈ ਸਕਦੇ ਹੋ, ਸ਼ਬਦ ਬਾਣੀ ਦਾ ਅਭਿਆਸ ਕਰ ਸਕਦੇ ਹੋ, ਉਹਨਾਂ ਸਮਾਂ ਗੁਰੂ ਘਰ ਦੇ ਵਿੱਚ ਰਹਿ ਕਰਕੇ ਨਾਮ ਬਾਣੀ ਦੇ ਨਾਲ ਜੁੜਨਾ ਕਰੋ, ਸ਼ਬਦ ਦਾ ਅਭਿਆਸ ਕਰਨਾ ਕਰੋ। ਜੇ ਹੋ ਗਿਆ ਤੁਹਾਡਾ ਨਿਤਨੇਮ ਪੂਰਾ ਹੋ ਗਿਆ, ਤੁਰੰਤ ਉੱਥੋਂ ਹੱਠ ਕਰਕੇ ਆ ਜਾਣਾ ਚਾਹੀਦਾ। ਫਿਰ ਉਸ ਤੋਂ ਬਾਅਦ ਵੀ ਆਪਾਂ ਫਿਰ ਬਹਿੰਦੇ ਹਾਂ ਤੇ ਅਕਸਰ ਆਪਾਂ ਵੇਖਦੇ ਹਾਂ ਫਿਰ ਬੰਦਾ ਕੀ ਕਰਦਾ, ਚਲੋ ਜੀ ਪਾਠ ਤਾਂ ਹੋ ਗਿਆ, ਮੇਰਾ ਨਿਤਨੇਮ ਤਾਂ ਹੋ ਗਿਆ, ਕਥਾ ਤਾਂ ਖਤਮ ਹੋਈ ਹੈ, ਚਲੋ ਹੁਣ ਗੱਪਾਂ ਮਾਰੀਏ, ਕਿਹਦੇ ਨਾਲ ਮਿਲ ਕਰਕੇ ਫਿਰ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ, ਇੱਥੋਂ ਦੀ ਗੱਲ ਉੱਥੋਂ ਦੀ ਗੱਲ, ਫਿਰ ਉਹ ਸਤਿਕਾਰ ਨਹੀਂ ਰਹਿੰਦਾ। ਇਸ ਕਰਕੇ ਜਦੋਂ ਆਪਾਂ ਗੁਰੂ ਘਰ ਨੂੰ ਜਾਂਦੇ ਹਾਂ, ਬਹੁਤ ਅਦਬ ਤੇ ਸਤਿਕਾਰ ਦੇ ਨਾਲ ਇੱਕ ਅਹਿਸਾਸ ਕਰਨਾ ਚਾਹੀਦਾ ਕਿ ਹਾਂ ਭਾਈ ਮੈਨੂੰ ਕੋਈ ਚੀਜ਼ ਦੀ ਪ੍ਰਾਪਤੀ ਹੋ ਰਹੀ ਹੈ, ਉਹ ਭਾਵਨਾ ਲੈ ਕੇ ਆਉਣਾ ਚਾਹੀਦਾ। ਤੇ ਜਦੋਂ ਤੱਕ ਆਪਾਂ ਸੇਵਾ ਸਿਮਰਨ ਦੇ ਵਿੱਚ ਲੱਗੇ ਹੋਏ ਹਾਂ, ਉਨਾ ਚਿਰ ਬੈਠ ਕਰਕੇ ਫਿਰ ਉਸ ਤੋਂ ਬਾਅਦ ਜਦੋਂ ਮਨ ਉਪਰਾਮ ਹੋ ਰਿਹਾ ਤੇ ਤੁਰੰਤ ਫਿਰ ਇੱਥੋਂ ਫਿਰ ਪਾਸੇ ਹੋ ਜਾਣਾ ਚਾਹੀਦਾ। ਨਹੀਂ ਤਾਂ ਬੇਈਮਾਨ ਮਨ ਕੀ ਕਰਦਾ, ਫਿਰ ਉਹ ਇੱਥੇ ਵੀ ਆਪਣਾ ਘਰ ਬਣਾ ਲੈਂਦਾ, ਫਿਰ ਇੱਥੇ ਵੀ ਬੈਠ ਕਰਕੇ ਬਸ ਊਲ ਫਜੂਲ ਦੀਆਂ ਗੱਲਾਂ, ਉਹ ਕੀ ਹੋ ਰਿਹਾ, ਆ ਕੀ ਚੱਲ ਰਿਹਾ ਜੀ, ਚਲੋ ਆ ਬਣ ਗਿਆ, ਆ ਛਕ ਲਿਓ, ਉਹ ਲੈ ਲਿਓ ਕਰਕੇ ਫਿਰ ਉਹ ਗੁਰੂ ਘਰ ਨੂੰ ਇਹੋ ਜਿਹੇ ਲੋਕ ਕੀ ਕਰਦੇ ਹਨ, ਆਪਣਾ ਘਰ ਬਣਾ ਲੈਂਦੇ। ਇਸ ਕਰਕੇ ਜਿਹੜੇ ਬਹੁਤ ਲਾਗੇ ਰਹਿ ਜਾਂਦੇ ਨਾ, ਤੇ ਫਿਰ ਪਿਆਰਿਓ ਉਹ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਤੋਂ ਵਾਂਝ ਕਿ ਕੋਈ ਚੀਜ਼ ਵੇਖਣੀ ਹੋਵੇ, ਬਹੁਤ ਦੂਰ ਹੋ ਜਾਵੇ ਚੀਜ਼ ਤਾਂ ਵੀ ਤੁਸੀਂ ਨਹੀਂ ਵੇਖ ਸਕਦੇ। ਧਿਆਨ ਰੱਖੋ, ਕੋਈ ਚੀਜ਼ ਵੇਖਣੀ ਹੋਵੇ, ਬਹੁਤ ਦੂਰ ਚੱਲ ਜਾਵੇ ਤਾਂ ਵੀ ਤੁਹਾਡੀਆਂ ਅੱਖਾਂ ਉਹਨੂੰ ਨਹੀਂ ਵੇਖ ਸਕਦੀਆਂ। ਤੇ ਉਹੀ ਵਸਤੂ, ਉਹ ਚੀਜ਼ ਜਿਹੜੀ ਆ ਇੱਕਦਮ ਅੱਖਾਂ ਦੇ ਸਾਹਮਣੇ ਰੱਖ ਦਿਓ, ਇੱਕਦਮ ਲਾਗੇ ਕਰ ਦਿਓ, ਲਾ ਕਰਕੇ ਰੱਖ ਦਿਓ, ਤਾਂ ਵੀ ਤੁਸੀਂ ਉਹ ਚੀਜ਼ ਨੂੰ ਨਹੀਂ ਵੇਖ ਸਕਦੇ। ਵੇਖਣ ਦੇ ਵਾਸਤੇ ਇੱਕ ਦੂਰੀ ਚਾਹੀਦੀ ਹੈ, ਜ਼ਿਆਦੀ ਦੂਰੀ ਦੇ ਨਾਲ ਵੀ ਵੇਖਣ ਤੋਂ ਬੰਦਾ ਅਸਮਰਥ ਹੋ ਜਾਂਦਾ। ਬਹੁਤ ਲਾਗੇ ਵੀ ਹੋ ਜਾਵੇ ਤਾਂ ਵੀ ਪਿਆਰਿਓ ਉਹਨੂੰ ਕੁਛ ਨਹੀਂ ਨਜ਼ਰ ਆਉਂਦਾ, ਉਹਨੂੰ ਲੱਗਦਾ ਕਿ ਲੈ ਭਈ ਉਹੀ ਗੁਰਦੁਆਰਾ ਹੈ, ਉਹੀ ਸਭ ਕੁਛ ਹੈ ਕਰਕੇ। ਉਹ ਭਾਵਨਾ ਨਹੀਂ ਹੁੰਦੀ ਹੈ ਕਿ ਭਾਈ ਸਤਿਗੁਰੂ ਮਹਾਰਾਜ ਵਿਰਾਜਮਾਨ ਹਨ, ਪ੍ਰਤੱਖ ਹਨ। ਉਹਨਾਂ ਨੂੰ ਲੱਗਦਾ ਕੋਈ ਗੱਲ ਨਹੀਂ ਹੈ ਭਾਈ, ਚਲੋ ਮੌਜਾਂ ਮਾਣਨਾ ਕਰੋ। ਨਹੀਂ ਪਿਆਰਿਓ, ਇਹੋ ਜਿਹੀ ਭਾਵਨਾ ਰੱਖਣੀ ਚਾਹੀਦੀ। ਇਸ ਕਰਕੇ ਗੁਰੂ ਪੁੱਤਰ ਭੁੱਲ ਗਏ ਸਨ। ਹੁਣ ਪਤਾ ਚੱਲਿਆ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸ਼ਰਨ ਦੇ ਵਿੱਚ ਆਉਂਦੇ ਮਹਾਰਾਜ ਹੁਣ ਕਿਸ ਤਰ੍ਹਾਂ ਇਹਨਾਂ ਨੂੰ ਬਖਸ਼ਦੇ ਹਨ। ਆਓ ਪਿਆਰਿਓ ਉਹ ਪ੍ਰਸੰਗ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਹਾਜ਼ਰੀ ਲਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਹੈ ਕਰੋ ਜੇ। ਫਿਰ ਇੱਕ ਵਾਰੀ ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ। ਦੀਪਕ ਸਤਿਗੁਰ ਸ਼ਬਦ ਕਰ ਸਦਨ ਹਿਰਦੇ ਮਹਿ ਬਾਰ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ। ਅਗਲਾ ਪਿਆਰਿਓ ਇਹ ਅਧਿਆਏ, ਇਹਦੀ ਆਰੰਭਤਾ ਤੋਂ ਪਹਿਲਾਂ ਇਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਗੁਰੂ ਕੇ ਸ਼ਬਦ ਦਾ ਇਹਨਾਂ ਨੇ ਮੰਗਲ ਕਰਨਾ ਕੀਤਾ। ਸਤਿਗੁਰੂ ਮਹਾਰਾਜ ਜੀ ਦੇ ਸ਼ਬਦ ਦਾ ਇਹਨਾਂ ਨੇ ਜਸ ਕੀਤਾ ਤੇ ਕਹਿੰਦੇ ਜਿਸ ਤਰ੍ਹਾਂ ਕਿ ਦੀਆ ਬਲੇ ਦੀਵਾ ਬਲੇ ਅੰਧੇਰਾ ਜਾਏ। ਜੇ ਜਿਸ ਤਰ੍ਹਾਂ ਕਿ ਜਿੱਥੇ ਆਪਾਂ ਦੀਵਾ ਬਾਲਦੇ ਆ ਉੱਥੋਂ ਪਿਆਰਿਓ ਅੰਧਕਾਰ ਜਿਹੜਾ ਹੈ ਉਹ ਖਤਮ ਹੋ ਜਾਂਦਾ, ਉਹ ਚੱਲ ਜਾਂਦਾ। ਦੀਏ ਦਾ ਭਾਵ ਕਿ ਜਿੱਥੇ ਪ੍ਰਕਾਸ਼ ਹੋ ਜਾਵੇ। ਅਜੋਕੇ ਜ਼ਮਾਨੇ ਦੇ ਵਿੱਚ ਜਿਹਨੂੰ ਆਪਾਂ ਟਿਊਬਲਾਈਟ ਜਾਂ ਬਲਬ ਬੋਲਦੇ ਹੋ, ਜਿੱਥੇ ਬਿਜਲੀ ਜਗਾ ਦਿਓ ਉਸ ਕਮਰੇ ਦੇ ਵਿੱਚੋਂ ਅੰਧਕਾਰ ਜਿਹੜਾ ਨਿਕਲ ਜਾਂਦਾ ਹੈ। ਤੇ ਆਹ ਦ੍ਰਿਸ਼ਟਾਂਤ ਲੈ ਕਰਕੇ ਕਵੀ ਰਾਜ ਜੀ ਸਮਝਾਉਂਦੇ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਆ ਜਿਹੜਾ ਮੰਗਲ ਕਰਨਾ ਕੀਤਾ ਕਵੀ ਰਾਜ ਜੀ ਨੇ, ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਕਹਿ ਦਿੱਤਾ ਕਿ ਸਤਿਗੁਰੂ ਮਹਾਰਾਜ ਜੀ ਦਾ ਸ਼ਬਦ ਤੇ ਉਜਿਆਰੋ ਦੀਪਾ, ਤੇ ਉਹ ਉਜਿਆਰੋ ਦੀਪਾ ਹੈ। ਬਿਨ ਸਿਓ ਅੰਧਕਾਰ ਤਹਿ ਮੰਦਰ,
ਜਿਨ੍ਹਾਂ ਨੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ ਕੀਤਾ ਤੇ ਉਹਨਾਂ ਦੇ ਅੰਦਰੋਂ ਅੰਧਕਾਰ ਜਿਹੜਾ ਹੈ, ਕਾਹਦਾ ਅੰਧਕਾਰ, ਜੋ ਅਗਿਆਨਤਾ ਦਾ ਅੰਧਕਾਰ, ਉਹ ਖਤਮ ਹੋ ਜਾਂਦਾ। ਤੇ ਜਿਸ ਤਰ੍ਹਾਂ ਕਿ ਦੀਆ ਬਲ ਜਾਵੇ, ਪ੍ਰਕਾਸ਼ ਹੋ ਜਾਵੇ, ਬੇਸ਼ੱਕ ਉਹ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਖਜ਼ਾਨਾ ਪਿਆ ਹੋਇਆ ਹੋਵੇ, ਮਣੀ ਮਾਣਕ ਹੀਰੇ ਭਰੇ ਹੋਏ ਹੋਣ, ਲੇਕਿਨ ਬੱਤੀ ਨਾ ਹੋਵੇ, ਬਿਜਲੀ ਨਾ ਹੋਵੇ, ਤੁਹਾਨੂੰ ਉਹ ਖਜ਼ਾਨੇ ਦੀ ਕੋਈ ਪ੍ਰਾਪਤੀ ਨਹੀਂ ਹੁੰਦੀ ਹੈ, ਪਤਾ ਨਹੀਂ ਚੱਲਦਾ। ਲੇਕਿਨ ਉੱਥੇ ਜਦੋਂ ਰੌਸ਼ਨੀ ਹੋ ਜਾਵੇ, ਫਿਰ ਇੱਕ ਤਾਂ ਅੰਧਕਾਰ ਚੱਲ ਜਾਂਦਾ ਤੇ ਨਾਲ ਖਜ਼ਾਨੇ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹੀ ਭਾਵਨਾ ਲੈ ਕਰਕੇ ਕਵੀ ਰਾਜ ਜੀ ਮੰਗਲ ਕਰਦੇ ਹਨ, ਕਹਿੰਦੇ ਸਤਿਗੁਰ ਦੀਪਕ ਸਤਿਗੁਰ ਸ਼ਬਦ ਕਰ। ਸਤਿਗੁਰੂ ਮਹਾਰਾਜ ਜੀ ਦੇ ਸ਼ਬਦ ਨੂੰ ਭਾਈ ਤੂੰ ਦੀਵਾ ਬਣਾ ਕਰਕੇ ਸਦਨ ਹਿਰਦੇ ਮਹਿਬਾਰ, ਆਪਣੇ ਹਿਰਦੇ ਰੂਪੀ ਸਦਨ ਦੇ ਵਿੱਚ, ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਇਹਨੂੰ ਬਾਲਣਾ ਕਰ। ਭਾਵ ਕਿ ਤੁਸੀਂ ਬੋਲੋਗੇ ਕਿ ਭਾਈ ਸ਼ਬਦ ਨੂੰ ਕਿਸ ਤਰ੍ਹਾਂ ਬਾਲੀਏ, ਇਹਨੂੰ ਸਾੜਨਾ ਕਰੀਏ। ਨਹੀਂ ਪਿਆਰਿਓ, ਇਹ ਬਾਰੀ ਉਦਾਹਰਣ ਹੈ। ਇਹਦਾ ਮਤਲਬ ਹੈ ਗੁਰੂ ਕੀ ਬਾਣੀ ਜੋ ਹੈ, ਗੁਰੂ ਕੀ ਬਾਣੀ ਦਾ ਤੂੰ ਆਪਣੇ ਹਿਰਦੇ ਵਿੱਚ ਬਾਣੀ ਨੂੰ ਧਾਰਨ ਕਰਨਾ ਕਰ, ਗੁਰੂ ਕੀ ਬਾਣੀ ਨੂੰ ਤੂੰ ਸਰਵਣ ਕਰਨਾ ਕਰ, ਗੁਰੂ ਕੀ ਬਾਣੀ ਦਾ ਤੂੰ ਪਾਠ ਕਰਨਾ ਕਰ, ਗੁਰਬਾਣੀ ਦਾ ਤੂੰ ਚਿੰਤਨ ਕਰਨਾ ਕਰ, ਮਨਨ ਕਰਨਾ ਕਰ, ਸ਼ਬਦ ਦੀ ਵਿਚਾਰ ਕਰਨਾ ਕਰ। ਇਹ ਦੀਆ ਬਲ ਗਿਆ ਜਾਣ, ਇਹਨੂੰ ਆਪਣੇ ਹਿਰਦੇ ਦੇ ਵਿੱਚ ਜਗਾ। ਆਪਣੇ ਹਿਰਦੇ ਦੇ ਵਿੱਚ ਗੁਰੂ ਕੀ ਬਾਣੀ ਨੂੰ ਜਦੋਂ ਤੂੰ ਵਸਾਵੇਗਾ, ਤਮ ਅਗਿਆਨ ਨਿਵਾਰਕੈ ਸਾਰ ਆਸਾਰ ਵਿਚਾਰ। ਇੱਥੇ ਤਮ ਅੰਧਕਾਰ ਕਿਹੜਾ ਹੈ, ਅਗਿਆਨਤਾ ਰੂਪੀ ਅੰਧਕਾਰ ਜਿਹੜਾ, ਉਹਦੀ ਨਿਵਰਤੀ ਹੋ ਜਾਵੇਗੀ। ਤੇ ਫਿਰ ਇੱਕ ਵਾਰੀ ਗੁਰੂ ਕਾ ਸ਼ਬਦ ਹਿਰਦੇ ਦੇ ਵਿੱਚ ਵਸ ਜਾਵੇ ਤੇ ਤੈਨੂੰ ਸਾਰ ਤੇ ਅਸਾਰ ਦੀ ਪ੍ਰਾਪਤੀ ਹੋ ਜਾਵੇਗੀ। ਤੈਨੂੰ ਪਤਾ ਚੱਲ ਜਾਵੇਗਾ ਕਿ ਭਾਈ ਸਾਰ ਸ਼੍ਰੇਸ਼ਟ ਵਸਤੂ ਕਿਹੜੀ ਹੈ, ਗ੍ਰਹਿਣ ਕਰਨ ਵਾਲੀ ਵਸਤੂ ਕਿਹੜੀ ਹੈ ਤੇ ਤਿਆਗਣ ਦੀ ਵਸਤੂ ਕਿਹੜੀ ਹੈ। ਆਪਾਂ ਨੂੰ ਪਿਆਰਿਓ ਹਾਲੇ ਪਤਾ ਨਹੀਂ ਹੈ। ਜਿਸ ਤਰ੍ਹਾਂ ਕਿਸੇ ਬੰਦੇ ਨੂੰ ਕੋਈ ਲਿਆ ਕਰਕੇ ਜ਼ਹਿਰ ਦੀ ਸ਼ੀਸ਼ੀ ਫੜਾ ਦਿੱਤੀ ਹੋਵੇ ਕਿ ਲੈ ਭਾਈ ਇਹਨੂੰ ਫੜਨਾ ਕਰ, ਇਹਨੂੰ ਤੂੰ ਰੱਖਣਾ ਕਰ, ਉਹਨੂੰ ਪਤਾ ਨਹੀਂ ਹੈ ਕਿ ਭਾਈ ਇਹਦੇ ਵਿੱਚ ਕੀ ਹੈ। ਉਹਨੇ ਜ਼ਹਿਰ ਨੂੰ ਰੱਖਣਾ ਕੀਤਾ, ਲੇਕਿਨ ਜਦੋਂ ਉਹਨੂੰ ਪਤਾ ਚੱਲ ਜਾਵੇਗਾ ਕਿ ਹਾਂ ਭਾਈ ਇਹ ਤਾਂ ਜ਼ਹਿਰ ਹੈ, ਮੈਂ ਅੰਮ੍ਰਿਤ ਕਰਕੇ ਇਹਨੂੰ ਰੱਖਣਾ ਕੀਤਾ, ਦਵਾਈ ਜਾਣ ਕਰਕੇ ਜਾਣ ਹੋ ਜਾਵੇਗੀ। ਚੌਪਈ ਸ਼੍ਰੀ ਚੰਦ ਤਬ ਲਖਮੀ ਦਾਸ। ਬਾਅਦ ਦੇ ਵਿੱਚ ਬਵਣਾ ਕਰ ਗਏ ਸਨ, ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵੱਲ ਖੜੇ ਹੋ ਕਰਕੇ ਅਰਦਾਸ ਬੇਨਤੀ ਕਰਦੇ। ਹਾਥ ਬੰਦ ਦੋਨੋਂ ਹੈ ਠਾਡੇ, ਹੱਥ ਜੋੜ ਕਰਕੇ ਦੋਵੇਂ ਗੁਰੂ ਪੁੱਤਰ ਜਿਹੜੇ ਹਨ ਖੜੋਤੇ ਹੋਏ ਹਨ। ਹਿਰਦੇ ਮਹਿ ਸ਼ਰਧਾ ਅਤਿ ਬਾਢੇ, ਹਿਰਦੇ ਦੇ ਵਿੱਚ ਪਿਆਰਿਓ ਬਹੁਤ ਜ਼ਿਆਦੀ ਸ਼ਰਧਾ ਵਧੀ ਹੋਈ ਹੈ। ਲੇਕਿਨ ਸਤਿਗੁਰੂ ਮਹਾਰਾਜ ਜਦੋਂ ਤੱਕ ਸਰੀਰ ਦੇ ਵਿੱਚ ਮੌਜੂਦ ਸਨ, ਉਹ ਭਾਵਨਾ ਨਹੀਂ ਸੀ, ਉਹ ਸ਼ਰਧਾ ਨਹੀਂ ਸੀ। ਕਿਉਂਕਿ ਕੋਈ ਚੀਜ਼ ਪਿਆਰਿਓ ਜਦੋਂ ਚੱਲ ਜਾਵੇ, ਦੂਰ ਹੋ ਜਾਵੇ, ਉਹਦੀ ਫਿਰ ਕਦਰ ਪੈ ਜਾਂਦੀ ਹੈ ਬੰਦੇ ਨੂੰ। ਕਹਿੰਦੇ ਇੱਕ ਇਸ ਚੀਜ਼ ਨੂੰ ਸਮਝਣ ਦੇ ਵਾਸਤੇ ਇੱਕ ਬੜੀ ਪਿਆਰੀ ਕਥਾ ਆਉਂਦੀ ਹੈ। ਇੱਕ ਬਹੁਤ ਵੱਡਾ ਸੇਠ ਜਿਹੜਾ ਹੈ, ਸ਼ਾਹੂਕਾਰ ਜਿਹੜਾ ਬਹੁਤ ਜ਼ਿਆਦੀ ਜਿਹਦੇ ਕੋਲ ਮਾਇਆ ਸੀ, ਆਪਣੀ ਮਾਇਆ ਲੈ ਕਰਕੇ ਇੱਕ ਸੰਤ ਦੇ ਕੋਲ ਪਹੁੰਚਿਆ ਤੇ ਜਾ ਕਰਕੇ ਸੰਤ ਨੂੰ ਕਹਿੰਦਾ, ਮਹਾਂਪੁਰਖ ਨੂੰ ਕਹਿੰਦਾ ਕਿ ਸੰਤ ਜੀ ਬੇਸ਼ੱਕ ਮਾਇਆ ਤਾਂ ਮੇਰੇ ਕੋਲ ਬਹੁਤ ਜ਼ਿਆਦੀ ਹੈ, ਲੇਕਿਨ ਮਾਇਆ ਦਾ ਮੈਨੂੰ ਕੋਈ ਸੁੱਖ ਪ੍ਰਾਪਤ ਨਹੀਂ ਹੁੰਦਾ, ਮੈਨੂੰ ਕੋਈ ਸੁੱਖ ਨਹੀਂ ਇਤੋਂ ਪ੍ਰਾਪਤ ਹੋ ਰਿਹਾ ਹੈ। ਤੇ ਇਹ ਜਦੋਂ ਬਚਨ ਕਰਨਾ ਕੀਤਾ ਤੇ ਮਹਾਂਪੁਰਖ ਕਹਿਣ ਲੱਗੇ ਕੋਈ ਗੱਲ ਨਹੀਂ ਹੈ, ਤੈਨੂੰ ਸੁੱਖ ਦੀ ਪ੍ਰਾਪਤੀ ਚਾਹੀਦੀ ਹੈ। ਤੇ ਕਹਿਣ ਲੱਗਾ ਹਾਂ ਮੈਨੂੰ ਜੋ ਮਰਜ਼ੀ ਮੈਂ ਤੁਹਾਨੂੰ ਦੇਣ ਵਾਸਤੇ ਤਿਆਰ ਹਾਂ, ਮਾਇਆ ਦਾ ਕੋਈ ਘਾਟਾ ਨਹੀਂ ਹੈ, ਕੋਈ ਮੇਰੇ ਕੋਲ ਕਮੀ ਨਹੀਂ ਹੈ, ਬਹੁਤ ਜ਼ਿਆਦੀ ਮਾਇਆ, ਲੇਕਿਨ ਮਾਇਆ ਕਰਕੇ ਮੈਨੂੰ ਸੁੱਖ ਪ੍ਰਾਪਤ ਨਹੀਂ ਹੋ ਰਿਹਾ, ਮਾਇਆ ਕਰਕੇ ਮੈਂ ਬਹੁਤ ਜ਼ਿਆਦਾ ਦੁਖੀ ਹਾਂ। ਤੇ ਕੋਈ ਤੁਸੀਂ ਉਦਮ ਦੱਸਣਾ ਕਰੋ, ਕੋਈ ਤਰੀਕਾ ਦੱਸੋ। ਉਹ ਮਹਾਂਪੁਰਖਾਂ ਨੇ ਫਿਰ ਇੱਕ ਬਹੁਤ ਵੱਡਾ ਚੋਜ ਵਰਤਾ ਦਿੱਤਾ। ਉਹ ਸ਼ਾਹੂਕਾਰ ਬੈਠਿਆ ਹੋਇਆ ਸੀ, ਉਹਨੇ ਮਾਇਆ ਦੀ ਗੁਥਲੀ ਨਾਲ ਰੱਖੀ ਸੀ। ਤੁਰੰਤ ਉਹ ਸੰਤ ਉਹ ਉੱਠ ਗਏ, ਉੱਠ ਕਰਕੇ ਉਹਦੀ ਮਾਇਆ ਦੀ ਗੁਥਲੀ ਲੈ ਕਰਕੇ ਦੌੜ ਗਏ, ਭੱਜ ਗਏ। ਜਦੋਂ ਉਹ ਭੱਜ ਗਏ ਉਸੇ ਵੇਲੇ ਸ਼ਾਹੂਕਾਰ ਵੀ ਦੌੜਨ ਲੱਗਾ, ਭੱਜਣ ਲੱਗਾ ਮਾਇਆ ਦੀ ਪ੍ਰਾਪਤੀ ਵਾਸਤੇ। ਬਹੁਤ ਜ਼ਿਆਦਾ ਉਹਨੂੰ ਚਖਾਇਆ ਇਹਨਾਂ ਨੇ, ਬਹੁਤ ਭੱਜ ਕਰਕੇ ਇੱਥੇ ਉੱਥੇ
ਤੇ ਸ਼ਾਹੂਕਾਰ ਦੇ ਸਵਾਸ ਜਿਹੜੇ ਹਨ ਬਹੁਤ ਚੜ ਗਏ, ਬਹੁਤ ਉਹਨੂੰ ਦਮ ਆ ਗਿਆ। ਫਿਰ ਵੀ ਖੈੜਾ ਨਹੀਂ ਛੱਡਦਾ, ਮਾਇਆ ਦੇ ਮਗਰ ਦੌੜ ਰਿਹਾ ਸੀ। ਦੌੜਾ ਭਜਾ ਕਰਕੇ ਇੱਕ ਪਾਸੇ ਫਿਰ ਕੀ ਹੋਇਆ ਹੈ, ਉਹਨਾਂ ਮਹਾਂਪੁਰਖਾਂ ਨੇ ਵੇਖਿਆ ਕਿ ਭਾਈ ਇਹ ਬੰਦਾ ਹੁਣ ਥੱਕਣ ਵਾਲਾ ਹੈ, ਤੇ ਜਾ ਕਰਕੇ ਇੱਕ ਦਰਖਤ ਦੇ ਕੋਲ ਉਹਦੇ ਅੱਗੇ ਮਾਇਆ ਰੱਖ ਕਰਕੇ ਉਹਦੇ ਪਿਛਲੇ ਪਾਸੇ ਨਿਕਲ ਗਏ। ਤੇ ਭੱਜਦਾ ਹੋਇਆ ਲੱਭਦਾ ਲੰਬਾਉਂਦਾ ਉਹ ਸ਼ਾਹੂਕਾਰ ਜਦੋਂ ਵੇਖਿਆ ਮੇਰੀ ਮਾਇਆ ਮੁੜ ਕੇ ਮੈਨੂੰ ਪ੍ਰਾਪਤ ਹੋ ਗਈ ਹੈ, ਉਸੇ ਵੇਲੇ ਉਹ ਮਾਇਆ ਨੂੰ ਲੈ ਕਰਕੇ ਗੱਲ ਨਾਲ ਲਾਉਂਦਾ, ਕਹਿੰਦਾ ਮੈਂ ਤਾਂ ਮਰ ਗਿਆ ਸੀ, ਮੈਂ ਤਾਂ ਪਰੇਸ਼ਾਨ ਹੋ ਗਿਆ, ਦੁਖੀ ਹੋ ਗਿਆ, ਲੇਕਿਨ ਇਹਦੀ ਹੁਣ ਤੂੰ ਮਿਲ ਗਈ ਮਾਇਆ, ਹੁਣ ਮੈਂ ਬੜਾ ਸੁਖੀ ਹੋ ਗਿਆ। ਜਦੋਂ ਉਹਨੇ ਇਹ ਕਿਹਾ ਕਿ ਹੁਣ ਮੈਂ ਬਹੁਤ ਸੁਖ ਦੇ ਵਿੱਚ ਆ, ਆਨੰਦ ਦੇ ਵਿੱਚ ਆ, ਤੇ ਮਹਾਂਪੁਰਖਾਂ ਨੇ ਕਿਹਾ ਪ੍ਰਾਪਤ ਹੋ ਗਿਆ ਭਾਈ ਤੈਨੂੰ ਸੁੱਖ ਆ। ਉਹ ਇੱਕਦਮ ਹੱਕਾ ਬੱਕਾ ਹੋਇਆ ਤੇ ਕਹਿਣ ਲੱਗਾ ਇਹ ਕੀ ਗੱਲ ਹੈ, ਕਿਉਂ ਤੁਸਾਂ ਨੇ ਮੇਰੇ ਨਾਲ ਇਹ ਮਜ਼ਾਕ ਕਰਨੀ ਕੀਤੀ ਹੈ। ਮਹਾਂਪੁਰਖਾਂ ਨੇ ਕਿਹਾ ਭਾਈ ਤੇਰੇ ਨਾਲ ਮੈਨੇ ਮਜ਼ਾਕ ਨਹੀਂ ਕੀਤੀ, ਤੈਨੂੰ ਮੈਨੇ ਸਮਝਾਇਆ ਹੈ। ਤੇ ਆਈ ਮਾਇਆ ਜਦੋਂ ਤੱਕ ਤੇਰੇ ਕੋਲ ਸੀ ਤੂੰ ਹੀ ਕਹਿੰਦਾ ਸੀ ਮਾਇਆ ਦਾ ਮੈਨੂੰ ਕੋਈ ਸੁੱਖ ਪ੍ਰਾਪਤ ਨਹੀਂ ਹੋ ਰਿਹਾ, ਮਾਇਆ ਕਰਕੇ ਮੈਂ ਸੁਖੀ ਨਹੀਂ, ਮਾਇਆ ਕਰਕੇ ਤਾਂ ਮੈਂ ਸਗੋਂ ਦੁਖੀ ਹਾਂ। ਲੇਕਿਨ ਉਹੀ ਮਾਇਆ ਤੇਰੇ ਤੋਂ ਵਿਛੜ ਗਈ, ਕਿੰਨਾ ਤੂਨੇ ਭੱਜ ਦੌੜ ਕਰਨੀ ਕੀਤੀ, ਕਿੰਨਾ ਦੌੜ ਕੇ ਪਿਆ, ਫਿਰ ਉਹੀ ਤੇਰੀ ਮਾਇਆ ਹੈ, ਕੋਈ ਵੱਖਰੀ ਮਾਇਆ ਨਹੀਂ ਹੈ, ਤੇਰੀ ਮਾਇਆ ਵਿਛੜਨ ਤੋਂ ਬਾਅਦ ਫਿਰ ਤੈਨੂੰ ਦੁਬਾਰਾ ਪ੍ਰਾਪਤ ਹੋ ਗਈ। ਤੂੰ ਪਹਿਲਾਂ ਕਹਿੰਦਾ ਸੀ ਕਿ ਇਹ ਮਾਇਆ ਕਰਕੇ ਮੈਂ ਬਹੁਤ ਦੁਖੀ ਹਾਂ, ਹੁਣ ਉਹੀ ਦੁਬਾਰਾ ਪ੍ਰਾਪਤ ਹੋ ਗਈ ਤੇ ਕਹਿੰਦਾ ਮਾਇਆ ਕਰਕੇ ਮੈਂ ਬੜਾ ਸੁਖੀ ਹਾਂ। ਇਹ ਕਹਿਣ ਦਾ ਭਾਵ ਕਿ ਜੋ ਵੀ ਚੀਜ਼ ਜਿਹਦੇ ਨਾਲ ਆਪਾਂ ਰਹਿ ਜਾਂਦੇ ਹਾਂ, ਬਹੁਤ ਲਾਗੇ ਦਾ ਸੰਬੰਧ ਬਣ ਜਾਂਦਾ ਨਾ, ਬੰਦੇ ਦੇ ਅੰਦਰ ਉਹਦੀ ਕਦਰ ਘਟ ਜਾਂਦੀ ਹੈ। ਉਹੀ ਚੀਜ਼ ਜਦੋਂ ਦੂਰ ਚੱਲ ਜਾਵੇ, ਪਾਸੇ ਨੂੰ ਚੱਲ ਜਾਵੇ, ਫਿਰ ਆਪਾਂ ਨੂੰ ਯਾਦ ਆਉਂਦਾ, ਫਿਰ ਆਪਾਂ ਕਹਿੰਦੇ ਓਹੋ ਆਪਾਂ ਨੇ ਤਾਂ ਭਾਈ ਆਪਣੀ ਜ਼ਿੰਦਗੀ ਇੰਝ ਹੀ ਖਰਾਬ ਕਰ ਲਈ, ਇੰਨਾ ਵਧੀਆ ਅਵਸਰ ਸੀ, ਇੰਨੇ ਵੱਡੇ ਮਹਾਂਪੁਰਖ ਸਨ, ਸਭ ਕੁਝ ਸੀ, ਲੇਕਿਨ ਆਪਾਂ ਨੇ ਉਹਨਾਂ ਦਾ ਲਾਹਾ ਪ੍ਰਾਪਤ ਨਹੀਂ ਕਰਨਾ ਕੀਤਾ। ਜ਼ਿਆਦਾਤਰ ਤਾਂ ਪਿਆਰਿਓ ਇੰਝ ਹੀ ਹੁੰਦਾ ਹੈ, ਕੋਈ ਵੀ ਸਾਧੂ ਸੰਤ ਦੇ ਭੁੱਲ ਕੇ ਵੇਖਣ ਵਾਸਤੇ ਨਹੀਂ ਜਾਂਦੇ ਆ। ਇੱਕ ਵਾਰੀ ਹੋਇਆ ਇਸ ਤਰ੍ਹਾਂ ਕਿ ਇੱਕ ਬਹੁਤ ਪਹੁੰਚੇ ਹੋਏ ਮਹਾਂਪੁਰਖ ਸਨ, ਲੇਕਿਨ ਫੱਕੜ ਦੀ ਅਵਸਥਾ ਦੇ ਵਿੱਚ ਰਹਿੰਦੇ ਸੀ, ਇੱਕਦਮ ਅਲਮਸਤ ਰਹਿਣਾ, ਤੇ ਸਦਾ ਉਹ ਸ਼ਮਸ਼ਾਨ ਆਦਿਕ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਸੀ। ਬਿਦਰ ਦੀ ਗੱਲ ਹੈ, ਤੇ ਕਿਹਨੂੰ ਲਾਗੇ ਨਹੀਂ ਲੱਗਣ ਦੇਣਾ, ਬਸ ਪਾਟੇ ਪੂਟੇ ਜੇ ਕੱਪੜੇ ਪਾ ਕਰਕੇ ਸਦਾ ਉੱਥੇ ਹੀ ਸ਼ਮਸ਼ਾਨਾਂ ਦੇ ਵਿੱਚ ਰਹਿ ਕਰਕੇ ਭਜਨ ਬੰਦਗੀ ਕਰਦੇ। ਜਦੋਂ ਤੱਕ ਕਹਿੰਦੇ ਨਾ ਪਿਆਰਿਓ ਉਹ ਮਹਾਂਪੁਰਖ ਜੀਵਤ ਸਨ, ਕੋਈ ਉਹਨਾਂ ਦੇ ਲਾਗੇ ਨਹੀਂ ਗਿਆ, ਕੋਈ ਉਹਨਾਂ ਦੀ ਖਬਰਸਾਰ ਨਹੀਂ ਪੁੱਛਿਆ। ਤੇ ਜਦੋਂ ਚਲਾਣਾ ਕਰ ਗਏ ਇੰਨੀ ਭੀੜ ਲੱਗ ਗਈ, ਬਹੁਤ ਵੱਡਾ ਇਕੱਠ ਹੋਇਆ, ਤੇ ਸਾਰਿਆਂ ਨੇ ਫਿਰ ਕਿਉਂਕਿ ਭਾਸ਼ਣਬਾਜ਼ੀ ਕਰਨ ਵਾਲੇ ਤਾਂ ਆ ਹੀ ਜਾਂਦੇ, ਫਿਰ ਕਹਿ ਦਿੰਦੇ ਜੀ ਬੜੇ ਮਹਾਂਪੁਰਖ ਸੀ, ਇਹ ਸੀ ਉਹ ਸੀ। ਲੇਕਿਨ ਪਿਆਰਿਓ ਉਹ ਜਦੋਂ ਤੱਕ ਸੀ ਤਾਂ ਤੁਸਾਂ ਨੇ ਤਾਂ ਉਹਨਾਂ ਦਾ ਲਾਹਾ ਨਹੀਂ ਲਿਆ, ਤੁਸੀਂ ਤਾਂ ਉਹਨਾਂ ਤੋਂ ਵਾਂਝੇ ਰਹਿ ਗਏ। ਹੁਣ ਜਦੋਂ ਚਲਾਣਾ ਕਰ ਗਏ ਫਿਰ ਤੁਸੀਂ ਜਸ ਕਰ ਰਹੇ ਹੋ। ਇਸ ਤਰ੍ਹਾਂ ਹੀ ਪਿਆਰਿਓ ਇਹ ਗੱਲ ਹੈ। ਤੇ ਹੁਣ ਸਤਿਗੁਰੂ ਮਹਾਰਾਜ ਜਦੋਂ ਸਦੀਵ ਤੌਰ ਤੇ ਵਿਛੜ ਗਏ, ਹੁਣ ਇਹਨਾਂ ਦੇ ਮਨ ਦੇ ਵਿੱਚ ਸ਼ਰਧਾ ਵੱਧ ਰਹੀ ਹੈ। हे ਜਗਤੀਸ਼ ਸਰਬ ਸੁਖ ਦਾਨੀ, ਖੜੇ ਹੋ ਕਰਕੇ ਅਰਦਾਸ ਕਰਦੇ ਹਨ, ਇਹ ਬੇਨਤੀ ਕਰਦੇ ਹਨ, हे ਸਰਬੱਗਯ ਸਰਬ ਗੁਣ ਖਾਨੀ, ਕਹਿੰਦੇ ਕਿ हे ਸਰਬੱਗਯ ਸਾਰਿਆਂ ਦੇ ਵਿੱਚ ਵਸਣ ਵਾਲੇ ਸਤਿਗੁਰੂ, ਗੁਣਾ ਦੀ ਖਾਨ ਸਤਿਗੁਰੂ, ਸਭ ਵਿਦ ਪੂਰਨ ਹੋ ਸਮਰੱਥਾ, ਆਪ ਜੀ ਹਰ ਤਰ੍ਹਾਂ ਦੇ ਨਾਲ ਸਮਰੱਥ ਹੋ, ਪੂਰਨ ਹੋ। ਰਾਵਰ ਕੇ ਗੁਣ ਅਹ ਅਕਥਾ, ਗੁਰੂ ਪੁੱਤਰ ਇਹ ਬਚਨ ਕਰਦੇ ਮਹਾਰਾਜ ਆਪ ਜੀ ਦੇ ਗੁਣ ਅਕਥ ਹਨ, ਕੋਈ ਇਹਦਾ ਕਥਨ ਨਹੀਂ ਕਰ ਸਕਦਾ। ਅਪਰ ਨਰਨ ਸੇ ਤੁਮਕੋ ਮਾਨਤ, ਲੇਕਿਨ ਸਤਿਗੁਰੂ ਮਹਾਰਾਜ ਸਾਡੀ ਬਹੁਤ ਵੱਡੀ ਇਹ ਗਲਤੀ ਹੋਈ ਹੈ, ਅਸੀਂ ਆਮ ਮਨੁੱਖਾਂ ਦੇ ਵਾਂਗੂ ਆਪ ਜੀ ਨੂੰ ਮੰਨਣਾ ਕੀਤਾ। ਜਗ ਕਰਤਾ ਇਹ ਭੇਦ ਨ ਜਾਣਤ, ਇਹ ਭੇਦ ਅਸਾਂ ਨੇ ਆਪ ਜੀ ਜਦੋਂ ਤੱਕ ਜੀਵਤ ਸਨ ਇਹ ਭੇਦ ਸਾਨੂੰ ਨਹੀਂ ਪ੍ਰਾਪਤ ਹੋਇਆ। ਸਾਨੂੰ ਤਾਂ ਇਹੀ ਲੱਗਿਆ ਕਿ ਭਾਈ ਕਿ ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਮ ਮਨੁੱਖ ਹਨ। ਸਾਨੂੰ ਇਹ ਨਹੀਂ ਪਤਾ ਚੱਲਿਆ ਕਿ ਆਪ ਜੀ ਜਗਤ ਦੇ ਕਰਤਾ ਧਰਤਾ ਹੋ। ਅਬੈ ਪ੍ਰਤੀਤ ਤੁਮਾਰੀ ਆਈ, ਹੁਣ ਸਤਿਗੁਰੂ ਮਹਾਰਾਜ ਆਪ ਜੀ ਜੋਤੀ ਜੋਤ ਸਮਾ ਗਏ, ਤਾਂ ਜਾ ਕਰਕੇ ਸਾਡੇ ਮਨ ਦੇ ਵਿੱਚ ਪ੍ਰਤੀਤੀ ਆਈ, ਭਰੋਸਾ ਆਇਆ ਕਿ ਜਿਹਨੂੰ ਅਸੀਂ ਆਪਣਾ ਸਿਰਫ ਪਿਤਾ ਜਾਣ ਕਰਕੇ ਮੰਨਦੇ ਸੀ, ਉਹ ਸਾਡਾ ਪਿਤਾ ਨਹੀਂ, ਉਹ ਤਾਂ ਜਗਤ ਗੁਰ ਬਾਬਾ ਸੀ, ਸਾਰੇ ਜਗਤ ਦਾ ਪਿਤਾ।
ਸਾਰੇ ਜਗਤ ਦਾ ਉਹ ਕਰਤਾ ਧਰਤਾ। ਹੁਣ ਸਤਿਗੁਰੂ ਮਹਾਰਾਜ ਇਹ ਗੱਲ ਦੀ ਸਾਨੂੰ ਸੋਝੀ ਆਈ ਹੈ। ਤ੍ਰੈ ਲੋਕੀ ਪਤ ਸ਼ੰਕ ਨ ਰਾਈ। ਹੁਣ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਰਹੀ ਹੈ ਕਿ ਆਪ ਜੀ ਤ੍ਰਿਲੋਕੀ ਪਤ ਹੋ, ਤਿੰਨਾਂ ਲੋਕਾਂ ਦੇ ਆਪ ਜੀ ਮਾਲਕ ਹੋ। ਬਿਨਾ ਮਿਲੇ ਅਬ ਆਪ ਸਮਾਏ। ਆਪ ਜੀ ਸਤਿਗੁਰੂ ਮਹਾਰਾਜ ਸਾਨੂੰ ਮਿਲੇ ਵੀ ਨਹੀਂ, ਸਾਡੇ ਤੋਂ ਮਿਲਣ ਤੋਂ ਪਹਿਲਾਂ ਹੀ ਮਹਾਰਾਜ ਆਪ ਜੀ ਸਮਾ ਗਏ। ਹਮ ਰਹੇਗੇ ਹਿਰਦੇ ਪਛਤਾਏ। ਹੁਣ ਸਤਿਗੁਰੂ ਮਹਾਰਾਜ ਅਸੀਂ ਪਛਤਾਪ ਕਰਦੇ ਰਹਿ ਗਏ ਹਾਂ। ਆ ਝੋਰਾ ਜਿਹੜਾ ਕਦੇ ਵੀ ਨਹੀਂ ਮਿਟਣਾ ਹੈ। ਮਨ ਦੇ ਵਿੱਚ ਸਦਾ ਅਸੀਂ ਝੂਰਦੇ ਰਹਿਣਾ, ਮਨ ਦੇ ਵਿੱਚ ਇਹੀ ਚੱਲਦਾ ਰਹੇਗਾ ਕਿ ਲਓ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਵਤ ਸਨ, ਆਪਾਂ ਨੇ ਸਤਿਗੁਰੂ ਮਹਾਰਾਜ ਜੀ ਦੀ ਕਦਰ ਨਹੀਂ ਪਾਈ, ਮਹਾਰਾਜ ਜੀ ਦਾ ਸਾਰ ਨਹੀਂ ਪ੍ਰਾਪਤ ਕਰਨਾ ਕੀਤਾ। ਹੁਣ ਮਹਾਰਾਜ ਵਿਛੜ ਗਏ, ਸਦਾ ਵਾਸਤੇ ਆ ਜਿਹੜਾ ਤੌਖਲਾ ਸਾਡੇ ਮਨ ਵਿੱਚ ਰਹਿ ਜਾਵੇਗਾ। ਅਸੀਂ ਮਹਾਰਾਜ ਚੈਨ ਦੇ ਨਾਲ ਨਹੀਂ ਜੀ ਸਕਦੇ ਹਾਂ। ਅਬੈ ਬਧੀ ਅਬਿਲਾਖ ਵਿਸਾਲਾ। ਹੁਣ ਆਪ ਜੀ ਦੇ ਮਿਲਣ ਦੀ, ਆਪ ਜੀ ਦੇ ਦਰਸ਼ਨ ਕਰਨ ਦੀ ਮਹਾਰਾਜ ਬਹੁਤ ਜ਼ਿਆਦੀ ਅਬਲਾਖਾ ਵੱਧ ਗਈ ਹੈ। ਦਰਸ ਆਪ ਕਾ ਕਰਨ ਕਿਰਪਾਲਾ। ਆਪ ਜੀ ਦਾ ਹੈ ਕਿਰਪਾਲੂ ਸਤਿਗੁਰੂ ਮਹਾਰਾਜ ਇਸ ਤੋਂ ਪਹਿਲਾਂ ਵੀ ਦਰਸ਼ਨ ਕਰਦੇ ਸੀ, ਲੇਕਿਨ ਇਸ ਤੋਂ ਪਹਿਲਾਂ ਦਰਸ਼ਨ ਨਹੀਂ ਅਸੀਂ ਆਪ ਜੀ ਨੂੰ ਆਪਣਾ ਪਿਤਾ ਕਰਕੇ ਵੇਖਦੇ ਕਿ ਲਓ ਇਹ ਸਾਡਾ ਬਾਪੂ ਹੈ, ਸਾਡਾ ਪਿਓ ਹੈ। ਬਸ ਆਪ ਜੀ ਦੇ ਵਿੱਚ ਅਸਾਂ ਨੇ ਆਪਣਾ ਪਿਓ ਵੇਖਿਆ, ਆਪਣਾ ਪਿਤਾ ਵੇਖਿਆ। ਹੋ ਸਕਦਾ ਉਹਨਾਂ ਦੇ ਮਨ ਵਿੱਚ ਇਹ ਵੀ ਸੀ, ਇਹ ਵੀ ਆਉਂਦਾ ਹੋਵੇਗਾ ਕਿ ਦੇਖੋ ਜੀ ਜਦੋਂ ਅਸੀਂ ਛੋਟੇ ਛੋਟੇ ਸੀ ਸਾਡੇ ਪਿਤਾ ਨੇ ਸਾਡਾ ਤਿਆਗ ਕਰਕੇ, ਆਪ ਨੂੰ ਪਿਆਰਿਓ ਪਤਾ ਹੋਵੇਗਾ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਲੇ ਦੇ ਲਾਗੇ, ਉੱਥੇ ਜਦੋਂ ਸਤਿਗੁਰੂ ਮਹਾਰਾਜ ਚੂੜਕਾਣੇ ਜਦੋਂ ਪਹੁੰਚੇ ਸਨ, ਮਹਾਰਾਜ ਜੀ ਦੇ ਸੱਸ ਨੂੰ ਸਹੁਰੇ ਨੂੰ ਪਤਾ ਚੱਲਿਆ। ਉਹਨਾਂ ਨੇ ਵੀ ਆ ਕਰਕੇ ਬਹੁਤ ਬਹਿਸਮਬਾਜ਼ੀ ਕੀਤੀ ਹੈ। ਤੇ ਨਾਲ ਮਾਤ ਸੁਲੱਖਣੀ ਜੀ ਨੂੰ ਜਦੋਂ ਪਤਾ ਚੱਲਿਆ, ਆਪ ਭੱਜ ਕਰਕੇ ਤੇ ਨੰਗੇ ਪੈਰੀ ਭੱਜ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਏ ਸਨ ਮਾਤ ਸੁਲੱਖਣੀ ਜੀ। ਤੇ ਆਪਣੇ ਨਾਲ ਦੋਵੇਂ ਬੱਚੇ ਬਾਬੇ ਸ਼੍ਰੀ ਚੰਦ ਨੂੰ ਤੇ ਲਖਮੀ ਦਾਸ ਨੂੰ ਲੈ ਕੇ ਆਏ। ਤੇ ਬਾਬੇ ਸ਼੍ਰੀ ਚੰਦ ਨੂੰ ਤੇ ਬਾਬਾ ਲਖਮੀ ਦਾਸ ਨੂੰ ਪਤਾ ਨਹੀਂ ਕਿ ਭਾਈ ਸਾਡਾ ਪਿਤਾ ਕੌਣ ਹੈ। ਤੇ ਉਸ ਵੇਲੇ ਮਾਤਾ ਜੀ ਕਹਿੰਦੇ ਸਨ ਕਿ ਬੇਟਾ ਉਹ ਜਿਹੜੇ ਸੰਤਾਂ ਦੇ ਲਿਬਾਸ ਦੇ ਵਿੱਚ ਬੈਠੇ ਹੋਏ ਉਹ ਔਰ ਕੋਈ ਨਹੀਂ, ਉਹ ਤੁਹਾਡੇ ਪਿਤਾ ਹਨ, ਤੁਹਾਡੇ ਪਿਤਾ। ਜਾਓ ਜਾ ਕਰਕੇ ਉਹਨਾਂ ਦੇ ਦਰਸ਼ਨ ਕਰੋ, ਉਹਨਾਂ ਦਾ ਮੱਥਾ ਟੇਕਣਾ ਕਰੋ। ਕਿਉਂਕਿ ਪਿਆਰਿਓ ਕਿਸੇ ਬੰਦੇ ਦੇ ਨਾਲ ਆਪਾਂ 2-3 ਸਾਲ ਵੀ ਜੇ ਨਾ ਮਿਲੇ ਤੇ ਉਹਨੂੰ ਪਹਿਚਾਨਣਾ ਬੜਾ ਮੁਸ਼ਕਿਲ ਹੁੰਦਾ। ਲੇਕਿਨ ਸਤਿਗੁਰੂ ਮਹਾਰਾਜ ਜੀ ਦੇ ਸਪੁੱਤਰ ਜਿਹੜੇ ਹਨ, ਬਹੁਤ ਛੋਟੀ ਆਰਬਲਾ, ਬਾਬਾ ਸ਼੍ਰੀ ਚੰਦ ਤਾਂ 2-4 ਸਾਲ ਦੇ ਸਨ, ਬਾਬਾ ਲਖਮੀ ਦਾਸ ਤਾਂ 6-7 ਮਹੀਨੇ ਜਾਂ 1 ਸਾਲ ਦੇ ਸੀ। ਸਤਿਗੁਰੂ ਮਹਾਰਾਜ ਜੀ ਨੇ ਘਰ ਦਾ ਤਿਆਗ ਕਰ ਦਿੱਤਾ, ਜਗਤ ਜਲੰਦੇ ਨੂੰ ਤਾਰਨ ਵਾਸਤੇ ਚੱਲ ਗਏ। 14 ਸਾਲ ਦੇ ਬਾਅਦ ਸਤਿਗੁਰੂ ਮਹਾਰਾਜ ਜਦੋਂ ਵਾਪਸ ਆਏ, 14 ਸਾਲ ਪਿਆਰਿਓ ਕੋਈ ਛੋਟਾ ਸਮਾਂ ਨਹੀਂ ਹੁੰਦਾ, ਬਹੁਤ ਵੱਡਾ ਇਹ ਸਮਾਂ ਹੈ। ਇਹ ਸਮੇਂ ਦੇ ਵਿੱਚ ਤਾਂ ਚੰਗੇ ਭਲੇ ਬੰਦੇ ਵੀ ਭੁੱਲ ਜਾਂਦੇ ਕਿ ਭਾਈ ਇਹ ਕੌਣ ਹੈ ਕਰਕੇ। 5-6 ਸਾਲਾਂ ਤੋਂ ਬਾਅਦ ਹੀ ਆਪਾਂ ਭੁੱਲ ਜਾਂਦੇ ਹਾਂ, ਚਿਹਰਾ ਮੂਰਾ ਯਾਦ ਨਹੀਂ ਰਹਿੰਦਾ, ਥੋੜਾ ਦਿਮਾਗ ਦੇ ਵਿੱਚ ਜ਼ੋਰ ਦੇਣਾ ਪੈਂਦਾ। ਉਹਨਾਂ ਨੂੰ ਪਤਾ ਹੀ ਨਹੀਂ ਸੀ, ਸ਼ਕਲ ਸੂਰਤ ਵੀ ਯਾਦ ਨਹੀਂ ਸੀ। ਜਦੋਂ ਵੇਖਿਆ ਮਾਤ ਜੀ ਨੇ ਕਿਹਾ ਇਹ ਔਰ ਕੋਈ ਨਹੀਂ, ਤੁਹਾਡੇ ਪਿਤਾ ਹਨ। ਇਹਨਾਂ ਦੇ ਮਨ ਵਿੱਚ ਉਹੀ ਚੱਲਦਾ ਹੋਵੇਗਾ ਕਿ ਲਓ ਸਾਡੇ ਪਿਤਾ ਨੇ ਸਾਨੂੰ ਛੱਡ ਕੇ ਚੱਲ ਗਏ। ਫਿਰ ਇੱਥੇ ਵੀ ਆ ਕਰਕੇ ਨਿਤ ਨਵੇਂ ਕੌਤਕ ਕਰਦੇ। ਵੇਖਦੇ ਤਾਂ ਰੋਜ਼ ਸਨ, ਲੇਕਿਨ ਪਿਆਰਿਓ ਵੇਖਣ ਦੇ ਵਿੱਚ ਤੇ ਦਰਸ਼ਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਮਹਾਰਾਜ ਜੀ ਨੇ ਕਿਹਾ ਨਾ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸਭ ਕੋਏ। ਬਿਨ ਭਾਗਾ ਦਰਸ਼ਨ ਨਾ ਥੀਐ, ਭਾਗਹੀਨ ਬਹਿ ਰੋਏ। ਕਿ ਸਤਿਗੁਰੂ ਮਹਾਰਾਜ ਜੀ ਨੂੰ ਤਾਂ ਹਰ ਕੋਈ ਵੇਖਦਾ ਹੈ। ਕਈਆਂ ਨੇ ਵੇਖਿਆ ਪਿਆਰਿਓ, ਵਜ਼ੀਰ ਖਾਨੇ ਵੀ ਵੇਖਿਆ, ਪੈਂਦੇ ਖਾਨੇ ਵੀ ਵੇਖਿਆ ਮਹਾਰਾਜ ਜੀ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ, ਪਹਾੜੀਆਂ ਨੇ ਵੀ ਵੇਖਿਆ। ਲੇਕਿਨ ਉਹਨਾਂ ਨੇ ਸਿਰਫ ਵੇਖਿਆ, ਮਹਾਰਾਜ ਜੀ ਦੇ ਦਰਸ਼ਨ ਨਹੀਂ ਕੀਤੇ। ਜਿਨ੍ਹਾਂ ਨੇ ਦਰਸ਼ਨ ਕਰਨੇ ਕੀਤੇ, ਦਰਸ਼ਨ ਕੀਤੇ ਸਨ ਭਾਈ ਨੰਦ ਲਾਲ ਜੀ ਨੇ। ਭਾਈ ਨੰਦ ਲਾਲ ਜੀ ਨੇ ਦਰਸ਼ਨ ਕੀਤੇ, ਉਹ ਕੁਛ ਔਰ ਦੇ ਔਰ ਬਣ ਗਏ। ਤੇ ਵੇਖਣ ਦੇ ਵਿੱਚ ਤੇ ਦਰਸ਼ਨ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਤੇ ਇਹਨਾਂ ਨੇ ਬਚਨ ਕੀਤਾ, ਮਹਾਰਾਜ ਆਪ ਜੀ ਨੂੰ ਰੋਜ਼ ਵੇਖਦੇ ਸਨ, ਇੱਕੋ ਘਰ ਦੇ ਵਿੱਚ ਰਹਿਣਾ, ਰੋਜ਼ ਵੇਖਣਾ, ਆ ਜੀ ਸਾਡਾ ਬਾਪੂ ਹੈ, ਸਾਡਾ ਪਿਓ, ਸਾਡਾ ਪਿਤਾ।
ਪਿਤਾ ਦੀ ਦ੍ਰਿਸ਼ਟੀ ਦੇ ਨਾਲ ਰੋਜ਼ ਵੇਖਦੇ ਸੀ, ਲੇਕਿਨ ਅੱਜ ਜਗਤ ਗੁਰ ਬਾਬਾ ਦੇ ਰੂਪ ਦੇ ਵਿੱਚ ਅਸੀਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਸੁਨ ਕੈ ਬਿਨੈ ਪ੍ਰਸਿੱਧ ਹੋ ਤਾਤਾ, ਸੁਣ ਕਰਕੇ ਹੈ ਸਤਿਗੁਰੂ ਮਹਾਰਾਜ ਸਾਡੇ ਉੱਤੇ ਪ੍ਰਸੰਨ ਹੋਇਓ। ਸਿਮਾ ਕਰਹੁ ਭੂਲੇ ਪਛਾਤਾ, ਜੋ ਅਸਾਂ ਨੇ ਪਛਾਤਾ ਭਾਵ ਕੇ ਪਹਿਲਾਂ ਜੋ ਗਲਤੀਆਂ ਹੋ ਗਈਆਂ ਸਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ, ਉਹਦੀ ਆਪ ਜੀ ਮਾਫੀ ਕਰਨਾ ਕਰੋ। ਤੁਮਕੋ ਸ਼੍ਰੀ ਕਰਤਾਰ ਦੁਹਾਈ, ਬੱਚਿਆਂ ਨੇ ਕਹਿ ਦਿੱਤਾ ਸਤਿਗੁਰੂ ਮਹਾਰਾਜ ਆਪ ਜੀ ਨੂੰ ਕਰਤਾਰ ਦੀ ਪਰਮਾਤਮਾ ਦੀ ਦੁਹਾਈ ਹੈ। ਬੋਲੇ ਮਿਲੇ ਬਿਨਾ ਨ ਜਾਈ, ਜੇ ਆਪ ਜੀ ਮਹਾਰਾਜ ਸਾਨੂੰ ਬੋਲਣ ਤੋਂ ਸਾਤੋਂ ਮਿਲਣ ਤੋਂ ਪਹਿਲਾਂ ਹੀ ਜੇ ਚੱਲ ਗਏ ਤਾਂ ਠੀਕ ਨਹੀਂ ਰਹੇਗਾ। ਕਿਰਪਾ ਕਰੋ ਇੱਕ ਵਾਰੀ ਉੱਠ ਕਰਕੇ ਸਾਡੇ ਨਾਲ ਬਚਨ ਕਰੋ, ਸਾਨੂੰ ਮਹਾਰਾਜ ਬਖਸ਼ ਲਿਓ। ਜੇ ਆਪ ਜੀ ਨੇ ਕਹਿ ਦਿੱਤਾ ਕਿ ਭਾਈ ਤੁਹਾਨੂੰ ਬਖਸ਼ ਲਿਆ ਤੇ ਸਾਰੀ ਜ਼ਿੰਦਗੀ ਜਿਹੜੀ ਹੈ ਐ ਸਵੱਲੀ ਲੰਘ ਜਾਵੇਗੀ। ਪੂਰਬ ਜਿਉ ਦੁਇ ਘਟਕਾ ਔਰੀ, ਤੇ ਪਹਿਲਾਂ ਜਿਸ ਤਰ੍ਹਾਂ ਆਪ ਜੀ 2 ਘੜੀਆਂ ਹਮ ਸੋ ਬੋਲਹੁ ਮਿਲਹੁ ਬਹੋਰੀ, ਕਹਿੰਦੇ ਕੋਈ ਗੱਲ ਸਤਿਗੁਰੂ ਮਹਾਰਾਜ ਜ਼ਿਆਦਾ ਤੋਂ ਜ਼ਿਆਦਾ 2 ਘੜੀਆਂ ਉੱਠ ਕੇ ਆਓ। ਉੱਠ ਕੇ ਮਹਾਰਾਜ ਇੱਕ ਵਾਰੀ ਸਾਨੂੰ ਆਪਣੇ ਗਲੇ ਦੇ ਨਾਲ ਲਾ ਲਿਓ, ਸਾਡੇ ਵੀ ਮਨ ਦੇ ਵਿੱਚ ਸ਼ਾਂਤੀ ਆ ਜਾਵੇਗੀ। ਜੇ ਆਪ ਜੀ ਨੇ ਕਿਹਾ ਕਿ ਭਾਈ ਉੱਠਦਿਆਂ ਬਹਿੰਦਿਆਂ ਸਾਡੇ ਮਨ ਦੇ ਵਿੱਚ ਇਹੀ ਤੌਖਲਾ ਰਵੇਗਾ, ਇਹੀ ਚਿੰਤਾ ਰਵੇਗੀ ਕਿ ਬੇਸ਼ੱਕ ਘਰ ਦੇ ਵਿੱਚ ਘਰ ਹੀ ਮਾਹੇ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ, ਕਿ ਅਸੀਂ ਮਨਮੁਖ ਬਣ ਕਰਕੇ ਅੰਮ੍ਰਿਤ ਦਾ ਸਵਾਦ ਨਹੀਂ ਚਖਣਾ ਕੀਤਾ। ਅਸ ਅਰਦਾਸ ਕੀਨ ਜਬ ਦੋਈ, ਇਸ ਤਰ੍ਹਾਂ ਉਹਨਾਂ ਨੇ ਦੋਵਾਂ ਨੇ ਮਿਲ ਕਰਕੇ ਅਰਦਾਸ ਬੇਨਤੀ ਕੀਤੀ। ਚਹੁ ਦਿਸ਼ ਭੀੜ ਅਧਿਕ ਤਬ ਹੋਈ, ਬਹੁਤ ਜ਼ਿਆਦੀ ਭੀੜ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਦੇ 4 ਦਿਸ਼ਾਂ ਦੇ ਨਾਲ ਲੱਗੀ ਹੋਈ ਹੈ। ਸੁਲਖਣੀ ਚਰਨਨ ਪਾਸੂ, ਮਾਤ ਸੁਲਖਣੀ ਜੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਪਾਸੇ ਬੈਠੇ ਹੋਏ ਹਨ। ਲੋਚਨ ਤੇ ਗੇਰਤ ਬਹੁ ਆਸੂ, ਆਪਣੇ ਅੱਖਾਂ ਤੋਂ ਅਥਰੂ ਗੇੜਦੇ ਹਨ। ਭੂਪਤ ਸ਼ਾਹ ਵਿਪਰ ਸਿੱਖ ਬ੍ਰਿੰਦਾ, ਤੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਰਾਜੇ ਵੱਡੇ ਵੱਡੇ ਰਾਜੇ ਆਏ, ਸ਼ਾਹੂਕਾਰ ਵਿਪਰ ਸਿੱਖ ਆਦਿਕ। ਨਾਮ ਸਿਮਰੈ ਸੁਖ ਕੰਦਾ, ਕਿਉਂਕਿ ਮਹਾਰਾਜ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਨਾ ਕਿ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ, ਕਿ ਮੇਰੇ ਤੋਂ ਬਾਅਦ ਕੋਈ ਵਿਰਲਾਪ ਨਹੀਂ ਕਰਦਾ, ਵਿਰਾਗ ਨਹੀਂ ਕਰਨਾ ਭਾਈ। ਤੇ ਤੁਸੀਂ ਜੇ ਆਏ ਹੋ ਇਕੱਤਰ ਹੋ ਕਰਕੇ ਜਾਪ ਕਰੋ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਦਾ ਮਹਾਰਾਜ ਜੀ ਨੇ ਇਹ ਪਹਿਲਾਂ ਹੀ ਉਪਦੇਸ਼ ਕਰ ਦਿੱਤਾ, ਬਚਨ ਕਰ ਦਿੱਤਾ ਕਿ ਭਾਈ ਰੋਣਾ ਨਹੀਂ ਹੈ। ਹੁਣ ਆਇਓ ਬੈਠ ਕਰਕੇ ਸਤਨਾਮ ਦਾ ਜਾਪ ਕਰਦਾ ਕਰੋ। ਸਾਰੇ ਪਿਆਰਿਓ ਮਹਾਰਾਜ ਜੀ ਦਾ ਬਚਨ ਮੰਨ ਕਰਕੇ ਪਤਾ ਚੱਲ ਗਿਆ ਕਿ ਮਹਾਰਾਜ ਜੀ ਨੇ ਭਾਣਾ ਵਰਤਾ ਦਿੱਤਾ। ਐਨ ਬੈਠੇ ਹੋਏ ਹਨ, ਬੈਠ ਕਰਕੇ ਸਤਨਾਮ ਵਾਹਿਗੁਰੂ ਦਾ ਜਾਪ ਜਪ ਰਹੇ। ਸਾਡੇ ਬੰਦੇ ਹਾਥ ਸਮੀਪਾ, ਇਹ ਦੋਵੇਂ ਪੁੱਤਰ ਹੱਥ ਜੋੜ ਕਰਕੇ ਲਾਗੇ ਹੋ ਕਰਕੇ ਬੇਨਤੀ ਕਰਦੇ। ਸੁਨੀ ਬਿਨੈ ਬੇਦੀ ਕੁਲਦੀਪਾ, ਬੇਦੀ ਕੁਲਦੀਪ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਦਾ ਬਚਨ ਜਦੋਂ ਸੁਣਨਾ ਕੀਤਾ, ਇਹਨਾਂ ਦੀ ਅਰਦਾਸ ਥਾਂ ਪੈ ਗਈ। ਤਾਤਨ ਸੋ ਬੋਲਨ ਕੇ ਕਾਰਨ, ਆਪਣੇ ਬੱਚਿਆਂ ਦੇ ਤਾਈਂ ਬੋਲਣ ਦੇ ਵਾਸਤੇ। ਬੈਠੇ ਤਬ ਨਰਕ ਨਿਵਾਰਨ, ਸਤਿਗੁਰੂ ਮਹਾਰਾਜ ਜੋ ਨਰਕਾਂ ਨੂੰ ਨਿਵਾਰਨ ਵਾਲੇ, ਸਤਿਗੁਰੂ ਮਹਾਰਾਜ ਜੋ ਲੰਬੇ ਪੈ ਗਏ ਸਨ। ਵੈਦਾਂ ਹਕੀਮਾਂ ਨੇ ਵੀ ਜਵਾਬ ਦੇ ਦਿੱਤਾ ਕਿ ਭਾਈ ਸਤਿਗੁਰੂ ਮਹਾਰਾਜ ਜੀ ਹੁਣ ਸਮਾਵਣਾ ਕਰ ਗਏ, ਜੋਤੀ ਜੋਤ ਸਮਾ ਗਏ। ਮਹਾਰਾਜ ਜੀ ਨੇ ਭਾਣਾ ਵਰਤਾ ਦਿੱਤਾ ਤੇ ਜਦੋਂ ਇਹਨਾਂ ਨੇ ਬੇਨਤੀ ਕੀਤੀ, ਇਹਨਾਂ ਦੀ ਬੇਨਤੀ ਨੂੰ ਮੰਨ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਸਰੀਰ ਦੇ ਵਿੱਚ ਫਿਰ ਤੋਂ ਦੁਬਾਰਾ ਹਲਚਲ ਹੋਈ ਤੇ ਸਤਿਗੁਰੂ ਮਹਾਰਾਜ ਉੱਠ ਕਰਕੇ ਬਹਿ ਗਏ। ਅਰੁਣ ਪ੍ਰਫੁੱਲਿਤ ਕਮਲ ਵਿਸਾਲਾ, ਸਤਿਗੁਰੂ ਮਹਾਰਾਜ ਜੀ ਦਾ ਮੁਖ ਮਸਤਕ ਜਿਹੜਾ ਹੈ ਜਿਸ ਤਰ੍ਹਾਂ ਕਮਲ ਦਾ ਫੁੱਲ ਪਿਆਰਿਓ ਖਿੜਦਾ ਨਾਲ ਇੱਕ ਲਾਲੀ ਛਾਈ ਹੋਈ ਹੁੰਦੀ ਹੈ, ਇਸ ਤਰ੍ਹਾਂ ਮੁਖ ਮਸਤਕ ਦੇ ਉੱਤੇ ਲਾਲੀ ਛਾਈ ਹੈ। ਬਦਨ ਸੁਹਾਵਤ ਅਸਤਿਹ ਕਾਲਾ, ਇਹੋ ਜਿਹਾ ਮਹਾਰਾਜ ਜੀ ਦਾ ਬਦਨ ਜਿਹੜਾ ਸ਼ੋਭਨੀਕ ਹੋ ਰਿਹਾ। ਕਿਉਂਕਿ ਪਿਆਰਿਓ ਜਦੋਂ ਬੰਦਾ ਚਲਾਣਾ ਕਰ ਜਾਂਦਾ ਨਾ, ਤੇ ਚਲਾਣਾ ਮਰਨ ਤੋਂ ਬਾਅਦ ਤੁਰੰਤ ਉਹਦਾ ਖੂਨ ਪਾਣੀ ਦੇ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ। ਆਪਨੇ ਕਦੇ ਵੇਖਿਆ ਹੋਵੇਗਾ ਮਰਨ ਤੋਂ ਬਾਅਦ ਸਰੀਰ ਦਾ ਰੰਗ ਉੜ ਜਾਂਦਾ,
ਉਹ ਕਸ਼ਿਸ਼ ਨਹੀਂ ਰਹਿੰਦੀ ਹੈ, ਲਾਲੀਮਾ ਨਹੀਂ ਰਹਿੰਦੀ ਹੈ, ਸਰੀਰ ਜਿਹੜਾ ਪੀੜਾ ਪੈਣਾ ਸ਼ੁਰੂ ਹੋ ਜਾਂਦਾ, ਫਿਰ ਲਾਲ ਕਾਲਾ, ਕਾਲਾ ਹੋ ਜਾਂਦਾ, ਨੀਲਾ ਜਿਹਾ ਹੋ ਜਾਂਦਾ। ਲੇਕਿਨ ਜਿਹੜੇ ਮਹਾਂਪੁਰਖ ਹੁੰਦੇ ਹਨ, ਜਿਨ੍ਹਾਂ ਨੇ ਕਮਾਈ ਕਰਨੀ ਕੀਤੀ, ਤੇ ਉਹਨਾਂ ਦਾ ਚਿਹਰਾ ਪਿਆਰਿਓ ਉਸ ਤਰ੍ਹਾਂ ਹੀ ਦਗਮਗਾਉਂਦਾ, ਭਖਦਾ ਹੈ ਉਹਨਾਂ ਦੇ ਚਿਹਰੇ ਦੇ ਉੱਤੇ ਲਾਲੀ। ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਲਾਲੀ ਭਖ ਰਹੀ ਹੈ। ਦੇਖ ਅਚੰਭ ਭਏ ਨਰ ਨਾਰੀ, ਵੇਖ ਕਰਕੇ ਕੀ ਮਨੁੱਖ ਤੇ ਕੀ ਇਸਤਰੀਆਂ ਇੱਕਦਮ ਹੱਕੇ ਬੱਕੇ ਹੋ ਗਏ, ਹੈਰਾਨ ਹੋ ਗਏ। ਇਹ ਕੀ ਕਰਿਸ਼ਮਾ ਹੋ ਗਿਆ, ਇਹ ਕੀ ਭਾਈ ਭਾਣਾ ਵਰਤ ਗਿਆ। ਹੁਣੇ ਤਾਂ ਸਾਰਿਆਂ ਨੇ ਕਹਿ ਦਿੱਤਾ ਸੀ ਕਿ ਸਤਿਗੁਰੂ ਮਹਾਰਾਜ ਜੋਤੀ ਜੋਤ ਸਮਾ ਗਏ, ਤੇ ਵੈਦਾਂ ਨੇ ਵੀ ਨਬਜ਼ ਟਟੋਲ ਕਰਕੇ ਵੇਖ ਲਿਆ, ਉਹਨਾਂ ਨੇ ਵੀ ਜਵਾਬ ਦੇ ਦਿੱਤਾ ਕਿ ਨਾੜੀ ਬੰਦ ਹੋ ਗਈ ਹੈ, ਸਵਾਸ ਖਤਮ ਹੋ ਗਏ ਹਨ, ਮਹਾਰਾਜ ਜੀ ਸਮਾਵਣਾ ਕਰ ਗਏ। ਲੇਕਿਨ ਇਹ ਮਹਾਰਾਜ ਜੀ ਦਾ ਕੀ ਕੌਤਕ ਹੈ, ਇਹਨੂੰ ਤਾਂ ਹੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਸਤਿਗੁਰੂ ਮਹਾਰਾਜ ਚੋਜੀ ਪ੍ਰੀਤਮ ਹਨ। ਇਹੋ ਜਿਹੇ ਜਦੋਂ ਮਹਾਰਾਜ ਜੀ ਨੂੰ ਉੱਠ ਕੇ ਬਹਿੰਦਿਆਂ ਉਹਨਾਂ ਨੇ ਵੇਖਣਾ ਕੀਤਾ, ਤੇ ਉਹ ਮਹਾਰਾਜ ਜੀ ਦੇ ਜੈ ਜੈਕਾਰਾ ਲਾ ਰਹੇ। ਸਾਡੇ ਦੋਏ ਤਾਤਨ ਕੋ ਦੇਖਾ, ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਦੋਵੇਂ ਲੜਕੇ ਜਿਹੜੇ ਉਹ ਖੜੋਤੇ ਹੋਏ ਹਨ। ਬੋਲੇ ਗੁਰ ਕਰ ਕਿਰਪਾ ਵਿਸ਼ੇਖਾ, ਸਤਿਗੁਰੂ ਮਹਾਰਾਜ ਜੀ ਨੇ ਬਹੁਤ ਜ਼ਿਆਦੀ ਕਿਰਪਾ ਕਰਕੇ ਉਹਨਾਂ ਦੇ ਨਾਲ ਬਚਨ ਕੀਤਾ, ਕਹਿਣਾ ਕੀਤਾ। ਜਾਚਤ ਜੇ ਜੀਵਨ ਬਹੁ ਮੇਰਾ, ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਬੱਚੋ, ਜੇ ਤੁਸੀਂ ਸਾਡਾ ਜੀਵਨ ਵੀ ਜੇ ਜਾਚਨਾ ਕਰਦੇ, ਸੋ ਪਾਵਤ ਅਬ ਹੁਤੀ ਨ ਦੇਰਾ, ਉਹ ਵੀ ਤੁਹਾਨੂੰ ਪ੍ਰਾਪਤ ਹੋ ਜਾਣਾ ਸੀ, ਦੇਰੀ ਨਹੀਂ ਲੱਗਣੀ ਸੀ। ਦੁਐ ਘਟਕਾ ਜਾਚੀ ਤੁਮ ਜੋਈ, ਲੇਕਿਨ ਤੁਸਾਂ ਨੇ ਬਾਰ-ਬਾਰ ਇਹੀ ਬੇਨਤੀ ਕੀਤੀ ਸੀ ਕਿ ਪਿਤਾ ਜੀ ਸਾਨੂੰ ਇੰਜ ਛੱਡ ਕੇ ਨਾ ਜਾਓ, ਇੱਕ ਵਾਰੀ ਤਾਂ ਸਾਨੂੰ ਆਪਣੇ ਗਲੇ ਦੇ ਨਾਲ ਲਾ ਕਰਕੇ ਕਹਿ ਦਿਓ ਕਿ ਬੇਟਾ ਤੁਹਾਨੂੰ ਬਖਸ਼ ਲਿਆ ਹੈ, ਤੁਸੀਂ ਆਪਣੇ ਹੋ, ਸਾਡੇ ਗੁਨਾਹਾਂ ਨੂੰ ਬਖਸ਼ ਲਿਓ, ਤਾਂ ਸਤਿਗੁਰੂ ਮਹਾਰਾਜ ਸਾਡੀ ਜ਼ਿੰਦਗੀ ਜਿਹੜੀ ਹੈ ਸੁਖੈਨ ਲੰਘ ਜਾਵੇਗੀ। ਤੁਸਾਂ ਨੇ ਇਹੀ ਬਾਰ-ਬਾਰ ਬਚਨ ਕੀਤਾ, ਜ਼ਿਆਦਾ ਨਹੀਂ ਮਹਾਰਾਜ, 2 ਘੜੀਆਂ ਤਾਂ ਉੱਠ ਕਰਕੇ ਸਾਨੂੰ ਇੱਕ ਵਾਰੀ ਆਪਣੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਦਿਓ। ਨਹਿ ਅਧੀਨ ਤੁਮਰੇ ਕਛ ਸੋਈ, ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਇਹ ਤੁਹਾਡੇ ਵੀ ਅਧੀਨ ਨਹੀਂ ਹੈ। ਨਿਰੰਕਾਰ ਭਾਵੀ ਜੋ ਆਹੀ, ਜੋ ਨਿਰੰਕਾਰ ਪਰਮਾਤਮਾ ਦੀ ਜੋ ਭਾਵੀ ਜਿਹੜੀ ਹੈ, ਹੋ ਨਾ ਹੋ ਸੋ ਹੋਈ, ਲਿਖਿਓ ਲੇਖ ਜੋਈ। ਤੋ ਇਹ ਜੋ ਵੀ ਪਿਆਰਿਓ ਕਾਰਨ ਵਰਤਦਾ ਨਾ, ਇਹ ਤਾਂ ਭਾਵੀ, ਇਹ ਭਾਵੀ ਜਿਹੜੀ ਹੈ ਉਹ ਪ੍ਰੇਰਿਤ ਕਰਦੀ ਹੈ। ਭਾਵ ਕਿ ਪ੍ਰਾਲਬਧ ਜਿਹੜੀ ਹੈ ਪਰਮਾਤਮਾ ਦਾ, ਜਿਹਨੂੰ ਆਪਾਂ ਭਾਣਾ ਕਹਿੰਦੇ ਆ, ਇਹ ਮਹਾਰਾਜ ਜੀ ਦਾ ਭਾਣਾ ਹੀ ਵਰਤ ਰਿਹਾ ਨਾ। ਤੇ ਭਾਣਾ ਜਿਹੜਾ ਕਿਸ ਤਰ੍ਹਾਂ ਵੀ ਵਰਤਦਾ ਹੈ, ਪਰਮਾਤਮਾ ਦਾ ਭਾਣਾ ਕੋਈ ਮੇਟ ਨਹੀਂ ਸਕਦਾ। ਸੋਈ ਹੋਤ ਮਿਟੇ ਕਬ ਨਾਹੀ, ਤੇ ਉਹੀ ਹੁੰਦਾ ਹੈ, ਉਹਨੂੰ ਕੋਈ ਮੇਟ ਨਹੀਂ ਸਕਦਾ। ਪਰਮਾਤਮਾ ਦਾ ਭਾਣਾ ਪਿਆਰਿਓ ਤ੍ਰਈ ਕਾਲ ਆਬਾਦ ਤੇ ਅਟਲ ਹੈ। ਭਾਵੇਂ ਆਪਾਂ ਜੋ ਮਰਜ਼ੀ ਕਰ ਲੈਣਾ ਕਰੀਏ, ਲੇਕਿਨ ਪਰਮਾਤਮਾ ਦੇ ਰੇਖ ਦੇ ਵਿੱਚ ਆਪਾਂ ਮੇਖ ਨਹੀਂ ਮਾਰ ਸਕਦੇ ਆ, ਉਹਦਾ ਬਚਨ ਨਹੀਂ ਮੋੜ ਸਕਦੇ ਆ, ਉਹਦੇ ਭਾਣੇ ਨੂੰ ਆਪਾਂ ਨਹੀਂ ਪਲਟ ਸਕਦੇ। ਅਬ ਜੋ ਹੈ ਤੁਮਰੇ ਮਨ ਮਾਹੀ, ਸਤਿਗੁਰੂ ਜੀ ਕਹਿਣ ਲੱਗੇ ਬੇਟਾ, ਜੇ ਤੁਹਾਡੇ ਮਨ ਦੇ ਵਿੱਚ ਜੋ ਕੁਛ ਗੱਲ ਹੈ, ਜੋ ਤੁਸੀਂ ਬੇਨਤੀ ਕਰਨਾ ਚਾਹੁੰਦੇ ਹੋ, ਕਰੋ ਪ੍ਰਤਖ ਹਮਾਰੇ ਪਾਹੀ, ਹੁਣ ਪ੍ਰਤੱਖ ਸਾਡੇ ਤਾਈਂ ਉਹ ਤੁਸੀਂ ਬਚਨ ਕਰਨਾ ਕਰੋ। ਪੂਰਬ ਰਹੇ ਬੁਲਾਏ ਨ ਆਏ, ਪਹਿਲਾਂ ਅਸਾਂ ਨੇ ਆਪ ਨੂੰ ਬੁਲਾਉਣਾ ਕੀਤਾ, ਲੇਕਿਨ ਤੁਸੀਂ ਨਹੀਂ ਆਏ। ਕਰੀ ਬਾਤ ਆਪਨ ਮਨ ਭਾਏ, ਤੁਸੀਂ ਆਪਣੇ ਮਨ ਭਾਵ ਦੀ ਗੱਲ ਕਰਨੀ ਕੀਤੀ ਹੈ, ਸਾਡਾ ਬਚਨ ਤਾਂ ਨਹੀਂ ਮੰਨਿਆ। ਆਮ ਇਨਸਾਨ, ਕਿਉਂਕਿ ਅਸਾਂ ਨੇ ਇਹ ਨਹੀਂ ਹੈ ਕਿ ਸਤਿਗੁਰੂ ਮਹਾਰਾਜ ਜੀ ਨੇ ਪੁੱਤਰਾਂ ਨੂੰ ਮੌਕਾ ਨਹੀਂ ਦਿੱਤਾ। ਤੇ ਗੁਰਬਾਣੀ ਦੇ ਵਿੱਚ ਵੀ ਪਿਆਰਿਓ ਇਹ ਬਚਨ ਆਉਂਦਾ, ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ, ਜੇ ਕੀਓਨ ਜਾਂ ਸੁਧੋਸਤਾ ਲਹਿਣਾ ਟਿਕਿਓ ਨਾ। ਕਿ ਸਿੱਖਾਂ ਨੂੰ, ਪੁੱਤਰਾਂ ਨੂੰ, ਸਤਿਗੁਰੂ ਮਹਾਰਾਜ ਜੀ ਨੇ ਪੁੱਤਰਾਂ ਨੂੰ ਵੀ ਘੋਖਿਆ। ਪੁੱਤਰੀ ਕੋਲ ਨਾ ਪਾਲਿਓ, ਕਰ ਪੀਰੋ ਕੰਨ ਮੁਰੱਟੀ ਹੈ। ਮਹਾਰਾਜ ਜੀ ਨੇ ਕਹਿ ਦਿੱਤਾ ਨਾ ਕਿ ਪੁੱਤਰਾਂ ਨੇ ਕੋਲ ਜਿਹੜਾ ਹੈ ਵਿਸ਼ਵਾਸ ਦੀ ਪਾਲਣਾ ਨਹੀਂ ਕਰਨੀ ਕੀਤੀ ਸੀ। ਉਹਨਾਂ ਦੇ ਮਨ ਦੇ ਵਿੱਚ ਭਰੋਸਾ ਨਹੀਂ ਸੀ, ਵਿਸ਼ਵਾਸ ਨਹੀਂ ਸੀ ਸਤਿਗੁਰੂ ਮਹਾਰਾਜ ਜੀ ਦੇ ਪ੍ਰਤੀ। ਲੇਕਿਨ ਮਹਾਰਾਜ ਜੀ ਨੇ ਉਹਨਾਂ ਦੀ ਵੀ ਪਰਖ ਕਰਨੀ ਕੀਤੀ ਸੀ।
ਸਤਿਗੁਰੂ ਮਹਾਰਾਜ ਜੀ ਨੇ ਕਿਹਾ ਅਸਾਂ ਨੇ ਤਾਂ ਬੜਾ ਤੁਹਾਨੂੰ ਸਮਝਾਇਆ, ਲੇਕਿਨ ਤੁਸਾਂ ਨੇ ਬਚਨ ਨਹੀਂ ਮੰਨਿਆ, ਆਪਣੇ ਮਨ ਭਾਵਕ ਕੰਮ ਕੀਤਾ। ਤਿਹ ਛਿਨ ਸ੍ਰੀ ਚੰਦ ਕਰ ਬੰਦੇ। ਇਸ ਤਰ੍ਹਾਂ ਜਦੋਂ ਮਹਾਰਾਜ ਜੀ ਨੇ ਕਿਹਾ, ਬਾਬੇ ਸ਼੍ਰੀ ਚੰਦ ਨੇ ਹੱਥ ਜੋੜ ਕਰਕੇ ਨਮਸਕਾਰ ਕੀਤੀ ਹੈ। ਬੋਲਿਓ ਬਚਨ ਸੁਨੋ ਸੁਖ ਕੰਦੇ। ਸਤਿਗੁਰੂ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕਰਕੇ ਕਹਿੰਦੇ, ਹੈ ਸੁੱਖਾਂ ਦੇ ਖਜ਼ਾਨੇ ਸਾਡਾ ਬਚਨ ਸੁਣਨਾ ਕਰੋ। ਤੁਮ ਅੰਤਰਜਾਮੀ ਸਭ ਜਾਣੋ। ਆਪ ਜੀ ਅੰਤਰਜਾਮੀ ਹੋ, ਸਭ ਜਾਣਦੇ ਹੋ। ਬਿਨਾ ਕਹੇ ਤੇ ਭੇਉ ਪਛਾਨੋ। ਆਪ ਜੀ ਨੂੰ ਕਹਿਣ ਦੀ ਲੋੜ ਹੀ ਨਹੀਂ ਹੈ, ਮਹਾਰਾਜ ਕਹਿਣ ਤੋਂ ਬਗੈਰ ਹੀ ਸਾਰਾ ਭੇਦ ਆਪ ਜੀ ਜਾਣ ਲੈਂਦੇ। ਪੁੱਛੋ ਤਦਬ ਕਰਹੁ ਉਚਾਰੀ। ਆਪ ਜੇ ਸਾਨੂੰ ਪੁੱਛਦੇ ਹੋ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਸੀਂ ਆਪ ਨੂੰ ਦੱਸਦੇ ਹਾਂ। ਪਿਤਾ ਵਸਤੂ ਕੇ ਸੁਤ ਅਧਿਕਾਰੀ। ਕਹਿੰਦੇ ਸਤਿਗੁਰੂ ਮਹਾਰਾਜ ਇੱਕ ਮਨ ਦੇ ਵਿੱਚ ਅਧਿਕਾਰ ਜਿਹੜਾ ਹੈ ਉਹ ਬੱਚੇ ਦਾ ਹੁੰਦਾ ਹੈ। ਬੱਚਿਆਂ ਦਾ ਸਭ ਤੋਂ ਪਹਿਲਾ ਅਧਿਕਾਰ ਹੁੰਦਾ, ਜੇ ਬੱਚੇ ਨਾ ਹੋਣ ਤਾਂ ਉਹ ਅਧਿਕਾਰ ਉਹ ਜਿਹਨੂੰ ਮਰਜ਼ੀ ਦੇ ਸਕਦਾ, ਲੇਕਿਨ ਸਭ ਤੋਂ ਪਹਿਲਾ ਅਧਿਕਾਰ ਪਿਤਾ ਦੀ ਵਸਤੂ ਦੇ ਉੱਤੇ ਬੱਚੇ ਦਾ ਹੁੰਦਾ। ਤਾਂ ਹੀ ਤਾਂ ਇੱਕ ਗੱਲ ਆਪਨੇ ਨੋਟ ਕੀਤਾ ਹੋਵੇਗਾ, ਕਈ ਵਾਰੀ ਆਪਾਂ ਇਹ ਮੁਹਾਵਰਾ ਵਰਤ ਦਿੰਦੇ ਆ, ਆਪਾਂ ਕਹਿ ਦਿੰਦੇ ਆ ਕਿ ਭਾਈ ਤੇਰੇ ਪਿਓ ਦੀ ਜਾਗੀਰ ਹੈ ਤੇ ਤੇਰੇ ਪਿਓ ਨੇ ਉੱਥੇ ਛੱਡਿਆ ਹੋਇਆ। ਇਹ ਨਹੀਂ ਕਹਿੰਦੇ ਕਿ ਤੂੰ ਨੇ ਛੱਡਿਆ ਹੋਇਆ ਜਾਂ ਤੂੰ ਥੋੜੀ ਰੱਖ ਕੇ ਆਇਆ। ਆਪਾਂ ਇਹੀ ਕਹਿ ਦਿੰਦੇ ਆ ਕਿ ਇਹਨੂੰ ਉਲਾਮਾ ਦੇਣਾ ਹੋਵੇ, ਤੇਰੇ ਪਿਓ ਦੀ ਜਾਗੀਰ ਥੋੜੀ ਹੈ ਜਾਂ ਤੇਰੇ ਪਿਓ ਨੇ ਇੱਥੇ ਛੱਡ ਕੇ ਥੋੜੀ ਗਿਆ। ਕਿਉਂਕਿ ਪਿਓ ਛੱਡ ਕੇ ਗਿਆ ਤਾਂ ਕਿਹਦੇ ਵਾਸਤੇ ਉਹਨੇ ਛੱਡ ਕੇ ਜਾਣਾ? ਉਹਨੇ ਤਾਂ ਆਪਣੇ ਬੱਚਿਆਂ ਦੇ ਵਾਸਤੇ ਹੀ ਛੱਡ ਕੇ ਜਾਣਾ ਹੈ। ਇਸ ਤਰ੍ਹਾਂ ਪਿਆਰਿਓ ਇਤਿਹਾਸ ਦੇ ਵਿੱਚ ਇੱਕ ਕਥਾ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ। ਉਹਨਾਂ ਨੂੰ ਆਪਣੀ ਘੋੜੀ ਜਿਹੜੀ ਹੈ ਲੇਲਾ ਉਹਦਾ ਨਾਮ ਹੈ, ਉਹਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਫਿਰ ਸਾਰਿਆਂ ਨੂੰ ਕਹਿ ਦਿੱਤਾ ਕਿ ਭਾਈ ਆ ਘੋੜੀ ਦੇ ਉੱਤੇ ਸਾਡੇ ਤੋਂ ਇਲਾਵਾ ਕੋਈ ਵੀ ਨਾ ਚੜਨਾ ਕਰੇ, ਇਹਦੇ ਉੱਤੇ ਸਿਰਫ ਅਸਾਂ ਨੇ ਚੜਨਾ। ਇੱਕ ਵਾਰੀ ਕੀ ਹੋਇਆ, ਜਦੋਂ ਪਤਾ ਚੱਲਿਆ ਮਹਾਰਾਜਾ ਖੜਗ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਲੜਕੇ ਹਨ, ਉਹ ਘੋੜੀ ਤੇ ਚੱਲ ਗਏ ਤੇ ਚੜ ਕਰਕੇ ਉਹਨਾਂ ਨੇ ਸੈਲ ਵੀ ਕਰਕੇ ਆਏ। ਇਸ ਗੱਲ ਦਾ ਪਤਾ ਚੱਲਿਆ ਮਹਾਰਾਜਾ ਰਣਜੀਤ ਸਿੰਘ ਨੂੰ। ਮਹਾਰਾਜਾ ਰਣਜੀਤ ਸਿੰਘ ਬਹੁਤ ਗੁੱਸੇ ਦੇ ਵਿੱਚ ਆਏ ਤੇ ਉਹਨਾਂ ਨੇ ਤੁਰੰਤ ਆਪਣੇ ਸਿਪਾਹੀਆਂ ਨੂੰ ਕਹਿ ਦਿੱਤਾ, ਵਜ਼ੀਰ ਨੂੰ ਕਹਿ ਦਿੱਤਾ ਕਿ ਖੜਗ ਸਿੰਘ ਨੇ ਸਾਡਾ ਵਚਨ ਨਹੀਂ ਮੰਨਿਆ। ਅਸਾਂ ਨੇ ਕਿਹਾ ਸੀ ਨਾ ਸਾਡੀ ਘੋੜੀ ਦੇ ਉੱਤੇ ਕੋਈ ਨਹੀਂ ਚੜੇਗਾ, ਉਹ ਕਿਉਂ ਚੜਿਆ ਉਹਨੂੰ ਸਜ਼ਾ ਦਿੱਤੀ ਜਾਵੇ। ਤੇ ਕਹਿ ਦਿੱਤਾ 2-4 ਦਿਨ ਉਹਨੂੰ ਜੇਲ੍ਹ ਖਾਨੇ ਦੇ ਵਿੱਚ ਪਾ ਦਿਓ ਤੇ ਉਹਨੂੰ ਉਹਨਾਂ ਨੇ ਕੋਈ ਸਜ਼ਾ ਲਾ ਦਿੱਤੀ ਹੈ। ਤੇ ਸਜ਼ਾ ਲਾਉਣ ਤੇ ਬਾਅਦ ਬੜੇ ਗੁੱਸੇ ਦੇ ਵਿੱਚ ਸਨ ਤੇ ਉਹਨਾਂ ਨੂੰ ਸਮਝਾਉਣ ਦੇ ਵਾਸਤੇ ਕੀ ਹੋਇਆ ਤੇ ਉਹਨਾਂ ਦੇ ਵਜ਼ੀਰ ਸਨ ਤੇ ਅਜ਼ੀਜ਼ੁਦੀਨ ਉਹਨਾਂ ਦਾ ਨਾਮ ਸੀ, ਬਹੁਤ ਨਿਕਟਵਰਤੀ ਸਨ ਤੇ ਮਹਾਰਾਜਾ ਰਣਜੀਤ ਸਿੰਘ ਵੀ ਉਹਨਾਂ ਦੇ ਨਾਲ ਬੜਾ ਪ੍ਰੇਮ ਕਰਦੇ। ਉਹਨਾਂ ਦੇ ਵਜ਼ੀਰ ਖਾਸ ਸਨ। ਉਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤੇ ਕੀ ਹੋਇਆ ਤੇ ਦੂਜੇ ਤੀਜੇ ਦਿਨ ਮਹਾਰਾਜਾ ਰਣਜੀਤ ਸਿੰਘ ਜਾ ਰਹੇ ਤੇ ਉਹ ਨੰਗੇ ਪੈਰ ਆ ਗਏ। ਤੇ ਆਉਣ ਤੋਂ ਬਾਅਦ ਤੇ ਮਹਾਰਾਜਾ ਜੀ ਨੇ ਪੁੱਛਿਆ ਕਿ ਕੀ ਗੱਲ ਹੈ ਭਾਈ, ਤੁਸੀਂ ਲੇਟ ਕਿਉਂ ਹੋ ਗਏ ਤੇ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਈ ਹੈ? ਤੇ ਉਸ ਵੇਲੇ ਉਹਨਾਂ ਨੇ ਕਹਿ ਦਿੱਤਾ, ਲਓ ਜੀ ਮੇਰੇ ਬੱਚੇ ਨੇ ਜੁੱਤੀ ਪਾ ਕਰਕੇ ਚੱਲ ਗਿਆ ਤੇ ਜੁੱਤੀ ਨੂੰ ਆਪਣੇ ਪਿਓ ਦੀ ਉਹਨੇ ਜਾਗੀਰ ਸਮਝਣੀ ਕੀਤੀ। ਉਹਨਾਂ ਨੇ ਜਦੋਂ ਇਹ ਬਚਨ ਕੀਤਾ ਆਪਣੀ ਜੁੱਤੀ ਨੂੰ, ਜੁੱਤੀ ਤਾਂ ਮੇਰੀ ਹੈ, ਉਹਨੇ ਆਪਣੇ ਪਿਓ ਦੀ ਜਾਗੀਰ ਸਮਝ ਕਰਕੇ ਪਾ ਕਰਕੇ ਚੱਲ ਗਿਆ, ਮੈਂ ਨੰਗੀ ਪੈਰੀ ਆ ਗਿਆ। ਇੱਕਦਮ ਮਹਾਰਾਜਾ ਰਣਜੀਤ ਸਿੰਘ ਨੂੰ ਫਿਰ ਅਹਿਸਾਸ ਹੋ ਗਿਆ ਕਿ ਭਾਈ ਵਜ਼ੀਰ ਸਾਹਿਬ ਕੀ ਕਹਿਣਾ ਚਾਹੁੰਦੇ ਹਨ ਕਿ ਭਾਈ ਜੁੱਤੀ ਤਾਂ ਮੇਰੀ ਹੈ, ਲੇਕਿਨ ਮੇਰੇ ਬੱਚੇ ਨੇ ਪਿਓ ਦੀ ਜਾਗੀਰ ਸਮਝ ਕੇ ਉਹਨੂੰ ਪਾ ਕੇ ਚੱਲ ਗਿਆ। ਕਹਿਣ ਦਾ ਭਾਵ ਕਿ ਪਿਤਾ ਦੀ ਵਸਤੂ ਦੇ ਉੱਤੇ ਬੱਚਿਆਂ ਦਾ ਸਭ ਤੋਂ ਪਹਿਲਾ ਅਧਿਕਾਰ ਹੁੰਦਾ। ਉਹ ਹੱਸ ਪਏ, ਹੱਸ ਕਰਕੇ ਤੁਰੰਤ ਸਿਪਾਹੀਆਂ ਨੂੰ ਕਹਿੰਦੇ, ਜਾਓ ਭਾਈ ਖੜਗ ਸਿੰਘ ਨੂੰ ਰਿਹਾ ਕਰ ਦਿਓ। ਫਿਰ ਅਜ਼ੀਜ਼ੁਦੀਨ ਕਹਿਣ ਲੱਗੇ, ਮਹਾਰਾਜਾ ਸਾਹਿਬ ਤੇ ਬੱਚੇ ਤਾਂ ਹੁੰਦੇ ਹੀ ਹਨ, ਬੱਚਿਆਂ ਦਾ ਅਧਿਕਾਰ ਹੁੰਦਾ ਪਿਓ ਦੀ ਵਸਤੂ ਦੇ ਉੱਤੇ, ਇਹਨੂੰ ਕੋਈ ਟਾਲ ਨਹੀਂ ਸਕਦਾ। ਤੇ ਇੱਥੇ ਹੁਣ ਬਾਬੇ ਸ਼੍ਰੀ ਚੰਦ ਨੇ ਵੀ ਕਿਹਾ, ਸਤਿਗੁਰੂ ਮਹਾਰਾਜ ਜੋ ਪਿਤਾ ਦੀ ਵਸਤੂ ਹੁੰਦੀ ਹੈ ਉਹਦੇ ਉੱਤੇ ਪਹਿਲਾ ਅਧਿਕਾਰ ਬੱਚਿਆਂ ਦਾ ਬਣਦਾ। ਹਮਕੋ ਛੂਛਾ ਸ਼ੋਰ ਪਿਆਨੇ। ਲੇਕਿਨ ਆਪ ਜੀ ਤਾਂ ਸਤਿਗੁਰੂ ਮਹਾਰਾਜ ਸਾਡਾ ਹੱਕ ਮਾਰ ਕਰਕੇ ਸਾਨੂੰ ਖਾਲੀ ਆਪ ਜੀ ਛੱਡ ਕੇ ਜਾ ਰਹੇ ਹੋ। ਥਾਪਿਓ ਲਹਿਣਾ ਅਪਨ
ਸਥਾਨੇ ਆਪ ਜੀ ਨੇ ਆਪਣੇ ਨਿਜ ਅਸਥਾਨ ਦੇ ਉੱਤੇ ਬਾਬਾ ਲੈਣਾ ਜੀ ਨੂੰ ਥਾਪ ਦਿੱਤਾ, ਗੁਰਿਆਈ ਉਹਨਾਂ ਨੂੰ ਦੇ ਦਿੱਤੀ ਹੈ। ਕਲਾ ਵਿਸਾਲ ਹੈ ਤੇ ਤਜ ਖਾਲੀ। ਤੇ ਬਹੁਤ ਵੱਡੀ ਕਲਾ ਜਿਹੜੀ ਹੈ ਆਪ ਜੀ ਨੇ ਸੇਵਕ ਨੂੰ ਦੇ ਦਿੱਤੀ ਹੈ। ਹੁਣ ਤਾਂ ਆਪ ਜੀ ਨੇ ਸਾਨੂੰ ਕਲਾ ਤੋਂ ਵੀ ਖਾਲੀ ਕਰ ਦਿੱਤਾ। ਕਰੀ ਆਪ ਅਸਮੰਜਸ ਚਾਲੀ। ਆਪ ਜੀ ਨੇ ਸਤਿਗੁਰੂ ਮਹਾਰਾਜ ਅਸਮੰਜਸ, ਜੋ ਨਹੀਂ ਕੰਮ ਕਰਨ ਵਾਲਾ ਉਹ ਆਪ ਜੀ ਨੇ ਕਰਦਾ ਕੀਤਾ। ਦੇਈ ਅਪਰ ਕੋ ਸਰਬ ਵਡਾਈ। ਆਪ ਜੀ ਨੇ ਆਪਣੇ ਸੇਵਕ ਨੂੰ ਪੂਰੀ ਵਡਿਆਈ ਦੇ ਕਰਕੇ ਚੱਲ ਗਏ, ਤਾਂ ਖਾਲੀ ਦੇ ਖਾਲੀ ਰਹਿ ਗਏ। ਸਾਨੂੰ ਤਾਂ ਸਤਿਗੁਰੂ ਮਹਾਰਾਜ ਆਪ ਜੀ ਨੇ ਕੁਝ ਵੀ ਨਹੀਂ ਦਿੱਤਾ ਤੇ ਨਾਲ ਹੁਣ ਸਾਨੂੰ ਖਾਲੀ ਛੱਡ ਕੇ ਜਾ ਰਹੇ ਹੋ। ਦੋਹਰਾ ਬਚਨ ਸੁਨੇ ਨਿਜ ਸੁਤਨ ਕੇ, ਸ਼੍ਰੀ ਨਾਨਕ ਗਤਿ ਦਾਏ। ਸਤਿਗੁਰੂ ਮਹਾਰਾਜ ਜੋ ਮੁਕਤੀ ਦਾਤੇ ਹਨ, ਆਪਣੇ ਬੱਚਿਆਂ ਦੇ ਬਚਨਾਂ ਨੂੰ ਸੁਣ ਕਰਕੇ ਸਭ ਕੇ ਸੁਨਤ ਸਲੋਕ ਇੱਕ ਉਚਰਿਓ ਬਦਨ ਬਣਾਏ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਵਾਸਤੇ ਇੱਕ ਸ਼ਲੋਕ ਜਿਹੜਾ ਆਸਾ ਦੀ ਵਾਰ ਦੇ ਵਿੱਚ ਇਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਸ਼ਬਦ ਜਿਹੜਾ ਤੇ ਇਹਨਾਂ ਦੇ ਪ੍ਰਤੀ ਸਤਿਗੁਰੂ ਮਹਾਰਾਜ ਜੀ ਨੇ ਉਹ ਉਪਦੇਸ਼ ਦਿੱਤਾ। ਉਹ ਸ਼ਬਦ ਉਚਾਰਨ ਕਰਕੇ ਇਹਨਾਂ ਨੂੰ ਸਿੱਖਿਆ ਦਿੱਤੀ ਹੈ। ਮਹਲਾ ਪਹਿਲਾ ਲਖ ਨੇਕੀਆਂ ਚੰਗਿਆਈਆਂ, ਲਖ ਪੁੰਨਾ ਪਰਵਾਨ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਬੰਦਾ ਜਿਹੜਾ ਹੈ ਭਾਵੇਂ ਲੱਖ ਨੇਕੀਆਂ ਕਰ ਲਵੇ, ਚੰਗੇ ਕੰਮ ਕਰ ਲਵੇ ਤੇ ਚੰਗਿਆਈਆਂ, ਚੰਗੇ ਉਹ ਕੰਮ ਕਰਨਾ ਕਰੇ, ਨੇਕ ਕੰਮ ਕਰਨਾ ਕਰੇ, ਲੱਖ ਪੁੰਨਾ, ਲੱਖ ਉਹ ਪੁੰਨ ਕਰਨਾ ਕਰੇ ਤੇ ਇਹ ਪੁੰਨ ਕਰਨ ਕਰਕੇ ਉਹ ਪ੍ਰਵਾਨ ਹੋ ਜਾਵੇ ਸੰਸਾਰ ਦੇ ਵਿੱਚ। ਕਿਉਂਕਿ ਜਿਹੜੇ ਪੁੰਨ ਕਰਦੇ ਹਨ, ਨੇਕੀ ਦਾ ਕੰਮ ਕਰਦੇ, ਚੰਗਿਆਈ ਦਾ ਕੰਮ ਕਰਦੇ, ਉਹ ਸੰਸਾਰ ਦੇ ਵਿੱਚ ਛਾ ਜਾਂਦੇ ਹਨ, ਪ੍ਰਵਾਨ ਹੋ ਜਾਂਦੇ। ਹਰ ਕੋਈ ਉਹਨਾਂ ਨੂੰ ਜਾਣਦਾ ਕਿ ਲਓ ਭਈ ਇਹ ਬੰਦਾ ਬੜਾ ਨੇਕ ਬੰਦਾ ਹੈ, ਇਹ ਬੰਦਾ ਬੜਾ ਚੰਗਾ ਹੈ, ਇਹ ਤਾਂ ਬਹੁਤ ਵੱਡਾ ਪੁੰਨੀ ਹੈ ਕਰਕੇ। ਲਖ ਤਪ ਉਪਰ ਤੀਰਥਾਂ। ਸਤਿਗੁਰੂ ਜੀ ਕਹਿਣ ਲੱਗੇ ਭਾਵੇਂ ਕੋਈ ਬੰਦਾ ਜਿਹੜਾ ਉਹ ਲੱਖ ਤਪ ਕਰ ਲਵੇ ਤੇ ਤੀਰਥਾਂ ਦਾ ਉਹ ਰਟਨ ਕਰਨਾ ਕਰੇ। 68 ਤੀਰਥ ਹਿੰਦੂ ਮਤ ਅਨੁਸਾਰ ਮੰਨੇ ਜਾਂਦੇ, ਔਰ ਵੀ ਉਪ ਤੀਰਥ ਜਿਹੜੇ ਬਹੁਤ ਜ਼ਿਆਦੇ ਹਨ ਤੇ ਉਹ ਸਦਾ ਵਾਸਤੇ ਤੀਰਥਾਂ ਦਾ ਭਰਮਣ ਕਰਨਾ ਕਰੇ, ਤੀਰਥਾਂ ਦਾ ਇਸ਼ਨਾਨ ਕਰਨਾ ਕਰੇ। ਸਹਜ ਜੋਗ ਬੇਬਾਨ। ਬੇਬਾਨ ਦਾ ਭਾਵ ਹੈ ਕਿ ਜੰਗਲ ਦੇ ਵਿੱਚ ਜਾ ਕਰਕੇ ਕਰ ਘਾਟ ਦਾ ਜਿਹੜਾ ਤਿਆਗ ਕਰਕੇ ਉਹ ਜੰਗਲਾਂ ਦੇ ਵਿੱਚ ਚਲ ਜਾਵੇ ਤੇ ਜੰਗਲਾਂ ਦੇ ਵਿੱਚ ਜਾ ਕਰਕੇ ਸਹਿਜ ਜੋਗ ਨੂੰ ਉਹ ਧਾਰਨ ਕਰਨਾ ਕਰੇ ਤੇ ਜੰਗਲ ਦੇ ਵਿੱਚ ਜਾ ਕਰਕੇ ਰੱਬ ਦੀ ਇਬਾਦਤ ਕਰਨਾ ਕਰੇ, ਬੰਦਗੀ ਕਰਨਾ ਕਰੇ। ਲਖ ਸੂਰ ਤਨ ਸੰਗਰਾਮ। ਸਤਿਗੁਰੂ ਜੀ ਕਹਿਣ ਲੱਗੇ ਭਾਵੇਂ ਕੋਈ ਮਨੁੱਖ ਜਿਹੜਾ ਹੈ ਬੜਾ ਤਗੜਾ ਹੋਵੇ, ਸੂਰਤ ਤਨ ਭਾਵ ਕਿ ਬਹੁਤ ਵੱਡਾ ਉਹ ਸੂਰਮਾ ਹੋਵੇ, ਲੱਖਾਂ ਪ੍ਰਾਣੀਆਂ ਨੂੰ ਉਹਨੇ ਹਰਾਇਆ ਹੋਵੇ ਸੰਗਰਾਮ ਦੇ ਵਿੱਚ, ਲੜਾਈ ਦੇ ਵਿੱਚ, ਰਣ ਮੈਂ ਛੁਟਹਿ ਪ੍ਰਾਣ। ਰਣ ਦੇ ਵਿੱਚ ਲੜਦਿਆਂ ਲੜਦਿਆਂ ਉਹਨੇ ਕਈਆਂ ਨੂੰ ਮਾਰ ਦਿੱਤਾ, ਜਮਾ ਦੇ ਘਾਟ ਪਹੁੰਚਾ ਦਿੱਤਾ ਹੋਵੇ ਤੇ ਆਪ ਸੱਚ ਧਰਮ ਦੇ ਵਾਸਤੇ ਸ਼ਹਾਦਤ ਦਾ ਜਿਹੜਾ ਜਾਮ ਪੀ ਗਿਆ ਤੇ ਉਹਦੇ ਪ੍ਰਾਣ ਰਣ ਭੂਮੀ ਦੇ ਵਿੱਚ ਛੁੱਟ ਗਏ, ਤਾਂ ਉਹਨਾਂ ਦਾ ਵੀ ਪਿਆਰਿਓ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਜਸ ਹੁੰਦਾ ਹੈ। ਜਿਹੜੇ ਸੂਰਮੇ ਹੁੰਦੇ ਹਨ ਅੱਗੇ ਵੱਧ ਕਰਕੇ ਦੇਸ਼ ਕੌਮ ਦੀ ਰਾਖੀ ਦੇ ਵਾਸਤੇ, ਧਰਮ ਦੀ ਰਾਖੀ ਦੇ ਵਾਸਤੇ ਜਿਹੜੇ ਲੜਦੇ ਹਨ, ਭਿੜਦੇ ਹਨ, ਜੰਗਾਂ ਕਰਦੇ ਹਨ, ਸੰਸਾਰ ਪਿਆਰਿਓ ਉਹਨਾਂ ਦਾ ਬੜਾ ਸਨਮਾਨ ਕਰਦਾ, ਬਹੁਤ ਉਹਨਾਂ ਨੂੰ ਆਦਰ ਦੀ ਪ੍ਰਾਪਤੀ ਹੁੰਦੀ ਹੈ। ਆਪਾਂ ਸ਼ਹੀਦ ਦਾ ਉਹਨਾਂ ਨੂੰ ਲਕਬ ਦਿੰਦੇ ਆ, ਬਹੁਤ ਵੱਡਾ ਪਿਆਰਿਓ ਸ਼ਹੀਦਾਂ ਦਾ ਸਤਿਕਾਰ ਆਪਾਂ ਕਰਦੇ ਆ। ਕਿਉਂ? ਕਦੇ ਵੀ ਆਪਨੇ ਇਹ ਨਹੀਂ ਵੇਖਿਆ, ਇਹ ਨਹੀਂ ਸੁਣਿਆ ਹੋਵੇਗਾ ਗੱਦਾਰਾਂ ਦਾ ਪਿਆਰਿਓ ਕਦੇ ਸਨਮਾਨ ਨਹੀਂ ਹੋ ਸਕਦਾ। ਗੱਦਾਰ ਜਿਹੜਾ ਹੈ ਬੇਸ਼ੱਕ ਜਦੋਂ ਤੱਕ ਉਹ ਜੀਵਿਤ ਰਹਿੰਦਾ ਗੱਦਾਰ ਸਦਾ ਮਜ਼ੇ ਦੇ ਵਿੱਚ ਰਹਿੰਦਾ, ਮੌਜਾਂ ਦੇ ਵਿੱਚ ਰਹਿੰਦਾ, ਲੇਕਿਨ ਜਦੋਂ ਮਰ ਜਾਵੇ ਜਾਂ ਹਟ ਜਾਵੇ ਗੱਦਾਰ ਦਾ ਪਿਆਰਿਓ ਕੋਈ ਸਤਿਕਾਰ ਨਹੀਂ ਕਰਦਾ। ਤੇ ਨਾਲ ਜਿਹੜੇ ਗੱਦਾਰੀ ਕਰਕੇ ਭੱਜ ਜਾਂਦੇ ਹਨ, ਭਗੌੜੇ ਬਣ ਜਾਂਦੇ, ਪਿੱਠ ਦੇ ਦਿੰਦੇ, ਤੇ ਉਹਨਾਂ ਦਾ ਵੀ ਪਿਆਰਿਓ ਕੋਈ ਸਨਮਾਨ ਨਹੀਂ ਕਰਦਾ। ਉਹਨਾਂ ਦੇ ਕੁੱਲ ਨੂੰ ਗਾਲ ਲੱਗ ਜਾਂਦੀ ਹੈ। ਲੋਕੀ ਕਹਿੰਦੇ ਕਿ ਲੈ ਭਾਈ ਤੇਰਾ ਉਹੀ ਪਿਓ ਸੀ ਨਾ ਜਿਹੜਾ ਭੱਜ ਕੇ ਆ ਗਿਆ, ਜਿਹਨੇ ਗੱਦਾਰੀ ਕਰਨੀ ਕੀਤੀ, ਸਾਰਿਆਂ ਦਾ ਬੇੜਾ ਜਿਹਨੇ ਡੋਬ ਕੇ ਰੱਖ ਦਿੱਤਾ। ਇਹਨਾਂ ਦਾ ਕਦੇ ਸਨਮਾਨ ਨਹੀਂ ਹੁੰਦਾ। ਹਾਂ, ਜਦੋਂ ਤੱਕ ਜੀਵਤ ਰਹਿੰਦੇ ਉਦੋਂ ਤੱਕ ਤਾਂ ਮੌਜਾਂ ਦੇ ਵਿੱਚ ਰਹਿੰਦੇ, ਗੱਦਾਰੀ ਕਰਕੇ ਮਾਇਆ ਕਮਾ ਲੈਂਦੇ ਹਨ, ਰੁਤਬੇ ਵੀ ਪ੍ਰਾਪਤ ਹੋ ਜਾਂਦੇ,
ਲੇਕਿਨ ਜਦੋਂ ਪਿਆਰਿਓ ਇਹੋ ਜਿਹੇ ਬੰਦੇ ਹਟ ਜਾਂਦੇ ਜਾਂ ਮਰ ਜਾਂਦੇ, ਇਹਨਾਂ ਦਾ ਕਦੇ ਸਨਮਾਨ ਨਹੀਂ ਹੁੰਦਾ। ਸਨਮਾਨ ਕਿਹਨਾਂ ਦਾ ਹੁੰਦਾ? ਬੜਾ ਸਨਮਾਨ ਕਰਦਾ ਸੰਸਾਰ। ਆਪਾਂ ਕਹਿੰਦੇ ਨਾ ਕਿ ਸ਼ਹੀਦੋਂ ਕੀ ਚਿਖਾਓਂ पे लगेंगे हर बरस यूं मेले, वतन पे मिटने वालों का यही आखिरी निशा होगा। ਜਿਹੜੇ ਵਤਨ ਦੇ ਉੱਤੇ, ਜਿਹੜੇ ਦੇਸ਼ ਕੌਮ ਦੇ ਵਾਸਤੇ ਲੜ ਕਰਕੇ ਸ਼ਹੀਦ ਹੋ ਜਾਂਦੇ, ਹਰ ਸਾਲ ਉਹਨਾਂ ਦੀ ਥਾਂ ਤੇ ਜਾ ਕਰਕੇ ਲੋਕੀ ਮੇਲਾ ਲਾਉਂਦੇ ਹਨ, ਉਹਨਾਂ ਨੂੰ ਯਾਦ ਕਰਦੇ ਹਨ। ਆਪਾਂ ਵੀ ਪਿਆਰਿਓ ਜਿਹੜੇ ਧਰਮ ਦੇ ਖਾਤਰ ਸ਼ਹੀਦ ਹੋ ਗਏ, ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਮਨੀ ਸਿੰਘ ਸਾਹਿਬ ਜੀ, ਭਾਈ ਤਾਰੂ ਸਿੰਘ ਸਾਹਿਬ ਜੀ, 4 ਸਾਹਿਬਜ਼ਾਦੇ, ਗੁਰੂ ਸਾਹਿਬਾਨਾਂ ਦੀ ਸ਼ਹਾਦਤ, ਉਹਨਾਂ ਦਾ ਸ਼ਹੀਦੀ ਦਿਹਾੜਾ ਕਿੰਨਾ ਆਪਾਂ ਉਤਸ਼ਾਹ ਦੇ ਵਿੱਚ, ਕਿੰਨਾ ਆਪਾਂ ਚੜ੍ਹਦੀ ਕਲਾ ਦੇ ਵਿੱਚ ਮਨਾਉਂਦੇ ਆ। ਤੇ ਇਹ ਪਿਆਰਿਓ ਜਿਹੜੇ ਸ਼ਹੀਦ ਹੁੰਦੇ ਹਨ ਸੱਚ ਵਾਸਤੇ ਲੜਨ ਵਾਲੇ, ਉਹਨਾਂ ਦਾ ਫਿਰ ਸਦਾ ਜਸ ਹੁੰਦਾ। ਲਖ ਸੁਰਤੀ ਲਖ ਗਿਆਨ ਧਿਆਨ, ਭਾਵੇਂ ਕੋਈ ਬੰਦਾ ਜਿਹੜਾ ਲੱਖ ਸੁਰਤੀ ਨੂੰ ਧਾਰਨ ਕਰਨਾ ਕਰੇ ਤੇ ਬਹੁਤ ਉਹਨੂੰ ਗਿਆਨ ਪ੍ਰਾਪਤ ਹੋ ਗਿਆ, ਜਾਂ ਜਿਹੜਾ ਬਹੁਤ ਵੱਡਾ ਧਿਆਨੀ ਬਣ ਜਾਵੇ, ਪੜ੍ਹੀਐ ਪਾਠ ਪੁਰਾਣ, ਭਾਵੇਂ ਕੋਈ ਬਹੁਤ ਵੱਡਾ ਪਾਠ ਪੁਰਾਣਾਂ ਦਾ ਪਾਠ ਕਰਦਾ ਹੋਵੇ, ਵੇਦਾਚਾਰੀਆ ਹੋਵੇ, ਬਹੁਤ ਪਾਠ ਆਦਿਕ ਕਰਦਾ ਹੋਵੇ, ਜਿਨ ਕਰਤੈ ਕਰਨਾ ਕੀਆ। ਇਹ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਉਤਲੀਆਂ ਪੰਕਤੀਆਂ ਦੇ ਵਿੱਚ ਜੋ ਆਪਾਂ ਨੇ ਵਿਆਖਿਆ ਸਰਵਣ ਕਰਨੀ ਕੀਤੀ, ਜਿਨ੍ਹਾਂ ਦਾ ਦ੍ਰਿਸ਼ਟਾਂਤ ਸਤਿਗੁਰੂ ਮਹਾਰਾਜ ਜੀ ਨੇ ਵਰਤਨਾ ਕੀਤਾ, ਅਸਲ ਦੇ ਵਿੱਚ ਇਹ ਅਖੀਰਲੀਆਂ ਪੰਕਤੀਆਂ ਜਿਹੜੀਆਂ ਹਨ, ਇਹਦੇ ਨਾਲ ਪਿਆਰਿਓ ਇਹ ਸ਼ਬਦ ਦਾ ਜਿਹੜਾ ਭੇਦ ਸਪਸ਼ਟ ਹੋਵੇਗਾ। ਸਤਿਗੁਰੂ ਮਹਾਰਾਜ ਕੀ ਕਹਿਣਾ ਚਾਹੁੰਦੇ ਹਨ, ਕਿਉਂ ਇਹਨਾਂ ਦਾ ਜ਼ਿਕਰ ਕਰਦੇ ਕਿ ਕੋਈ ਬੰਦਾ ਲੱਖ ਨੇਕੀਆਂ ਕਰ ਲਵੇ, ਚੰਗਿਆਈਆਂ ਕਰ ਲਵੇ, ਪੁੰਨ ਕਰ ਲਵੇ, ਤਪ ਕਰ ਲਵੇ, ਤੀਰਥਾਂ ਦਾ ਰਟਨ ਕਰਨਾ ਕਰੇ, ਜੰਗਲ ਦੇ ਵਿੱਚ ਚੱਲ ਜਾਵੇ, ਸੂਰਮਾ ਬਣ ਜਾਵੇ, ਧਰਮ ਹੇਤ ਪ੍ਰਾਣ ਦੇ ਦਵੇ, ਨਾਲ ਬਹੁਤ ਵੱਡਾ ਉਹ ਸੁਰਤੀ ਵਾਲਾ ਗਿਆਨੀ ਧਿਆਨੀ ਹੋ ਜਾਵੇ, ਬਹੁਤ ਵੱਡਾ ਉਹ ਪੰਡਿਤ ਬਣ ਜਾਵੇ, ਲੇਕਿਨ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਸਤਿਗੁਰੂ ਮਹਾਰਾਜ ਇਹ ਕਹਿਣਾ ਚਾਹੁੰਦੇ ਹਨ, ਜੋ ਪ੍ਰਮਾਤਮਾ ਨੇ ਲਿਖ ਕਰਕੇ ਭੇਜ ਦਿੱਤਾ, ਜਾਂ ਕਹਿ ਮਸਤਕ ਭਾਗ ਸਾ ਸੇਵਾ ਲਾਇਆ, ਇਹ ਗੁਰੂ ਘਰ ਦੀ ਦਾਤ ਜਿਹੜੀ ਹੈ, ਭਾਵ ਕਿ ਇਹ ਗੁਰਤਾ ਗੱਦੀ ਦੀ ਦਾਤ, ਇਹ ਕਹਿਣਾ ਸਮਝਾਉਣਾ ਚਾਹੁੰਦੇ ਹਨ ਕਿ ਕੋਈ ਪਿਆਰਿਓ ਇਹਦੇ ਉੱਤੇ ਦਾਵਾ ਨਹੀਂ ਕਰ ਸਕਦਾ ਕਿ ਲਓ ਜੀ ਮੈਂ ਬੜੀ ਸੇਵਾ ਕਰਦਾ, ਮੈਂ ਬੜਾ ਇਹ ਕਰਦਾ, ਮੈਨੂੰ ਇਹ ਮਿਲ ਜਾਵੇ। ਇਹ ਤਾਂ ਪਿਆਰਿਓ ਦਾਤ ਜੋਤ ਖਸਮੈ ਵਡਿਆਈ, ਇਹ ਪ੍ਰਮਾਤਮਾ ਦੇ ਦਰੋਂ ਘਰੋਂ ਇਹ ਵਰੋਸ ਆ ਕਰਕੇ ਆਉਂਦੇ ਹਨ। ਤਾਂ ਹੀ ਤਾਂ ਪਿਆਰਿਓ ਜਦੋਂ ਬਾਬਾ ਲੈਣਾ ਜੀ ਸਭ ਤੋਂ ਪਹਿਲੀ ਵਾਰ ਜਦੋਂ ਚੱਲ ਕਰਕੇ ਆਏ, ਕਿਹਨੂੰ ਨਹੀਂ ਪਤਾ, ਬਾਬੇ ਲੈਣਾ ਜੀ ਨੂੰ ਵੀ ਨਹੀਂ ਪਤਾ ਸੀ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕੌਣ ਹਨ, ਕਦੇ ਉਹਨਾਂ ਦੇ ਦਰਸ਼ਨ ਨਹੀਂ ਕਰਨੇ ਕੀਤੇ, ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪਤਾ ਚੱਲ ਗਿਆ। ਬਾਬਾ ਲੈਣਾ ਜੀ ਜੋ ਆਪ ਦਰਸ਼ਨ ਕਰਨ ਵਾਸਤੇ ਆ ਰਹੇ, ਉਹਨਾਂ ਨੂੰ ਨਹੀਂ ਪਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕੌਣ ਹਨ, ਕਿੱਥੇ ਬੈਠੇ ਹੋਏ ਹਨ, ਕਦੇ ਵੇਖਿਆ ਨਹੀਂ, ਲੇਕਿਨ ਸਤਿਗੁਰੂ ਮਹਾਰਾਜ ਜੀ ਨੂੰ ਪਤਾ ਸੀ ਕਿ ਭਾਈ ਇਹ ਗੱਦੀ ਦਾ ਮਾਲਕ ਜਿਹੜਾ ਹੈ, ਇਹ ਗੱਦੀ ਦਾ ਵਾਰਸ ਜਿਹੜਾ ਆ ਰਿਹਾ ਹੈ। ਤੇ ਇੱਕ ਪਾਸਿਓਂ ਬਾਬਾ ਲੈਣਾ ਜੀ ਚੱਲ ਕਰਕੇ ਆ ਰਹੇ, ਉਹਨਾਂ ਨੂੰ ਕੋਈ ਪਤਾ ਨਹੀਂ, ਸਤਿਗੁਰੂ ਮਹਾਰਾਜ ਜੀ ਨੂੰ ਪਤਾ, ਤੇ ਸਤਿਗੁਰੂ ਮਹਾਰਾਜ ਅਗਲੇ ਮਾਲਕ ਨੂੰ ਲੈਣ ਵਾਸਤੇ ਅਗਲਵੰਡੀ ਹੋ ਕਰਕੇ ਜਾਂਦੇ ਹਨ। ਜਾ ਕਰਕੇ ਜਦੋਂ ਬਾਬਾ ਲੈਣਾ ਜੀ ਨੇ ਪੁੱਛਿਆ, ਬਜ਼ੁਰਗ ਬਾਬੇ ਸਨ, ਤੇ ਕਿਹਾ ਕਿ ਬਜ਼ੁਰਗੋ ਦੱਸਣਾ ਕਰੋ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਸ਼ਰਮ ਕਿੱਥੇ ਹੈ, ਮੈਂ ਉਹਨਾਂ ਦੇ ਦਰਸ਼ਨ ਕਰਨਾ। ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ, ਬਾਬਾ ਲੈਣਾ ਜੀ ਨੂੰ ਤਾਂ ਨਹੀਂ ਪਤਾ, ਜਿਨ੍ਹਾਂ ਦੇ ਮੈਂ ਦਰਸ਼ਨ ਕਰਨ ਵਾਸਤੇ ਆਇਆ ਹਾਂ, ਇਹ ਉਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਹਨ। ਜਦੋਂ ਪੁੱਛਿਆ ਕਿ ਮਹਾਂਪੁਰਖੋ ਦੱਸੋ ਬਾਬਾ ਗੁਰੂ ਨਾਨਕ ਦੇਵ ਜੀ ਦਾ ਆਸ਼ਰਮ ਕਿੱਥੇ ਹੈ, ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਹੈ ਪੁਰਖਾ, ਤੁਸੀਂ ਘੋੜੇ ਤੇ ਬੈਠੇ ਰਹੋ, ਮੈਂ ਵੀ ਉੱਥੇ ਹੀ ਜਾ ਰਿਹਾ, ਚਲੋ ਮੈਂ ਤੁਹਾਨੂੰ ਆਪਣੇ ਨਾਲ ਲੈ ਕਰਕੇ ਚੱਲਦਾ। ਘੋੜੇ ਦੀਆਂ ਵਾਗਾਂ ਫੜ ਕਰਕੇ ਗੁਰੂ ਨਾਨਕ ਦੇਵ ਜੀ ਕਿਹਾ, ਪੁਰਖਾ ਉੱਤਰ ਜਾਓ, ਜੇ ਗੁਰੂ ਨਾਨਕ ਦੇ ਦਰਸ਼ਨ ਕਰਨੇ ਉੱਥੇ ਜਾ ਕਰਕੇ ਅੰਦਰ ਬਹਿ ਜਾਓ ਸੰਗਤ ਦੇ ਵਿੱਚ, ਲੱਗਦਾ ਥੋੜੇ ਕੁ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆ ਜਾਣਾ।
ਤੇ ਬਾਬਾ ਲੈਣਾ ਜੀ ਹੱਥ ਪੈਰ ਸੁਚੇਤ ਕਰਕੇ ਧਰਮਸਾਲ ਦੇ ਵਿੱਚ ਬਹਿ ਗਏ। ਦੂਜੇ ਪਾਸੇ ਸਤਿਗੁਰੂ ਮਹਾਰਾਜ ਜੀ ਇੱਥੋਂ ਨਿਕਲ ਕਰਕੇ ਤੇ ਦੂਜੇ ਪਾਸੋਂ ਪਿੱਛੋਂ ਦੀ ਸਤਿਗੁਰੂ ਮਹਾਰਾਜ ਆ ਕਰਕੇ ਜਦੋਂ ਧਰਮਸਾਲ ਦੇ ਵਿੱਚ ਬੈਠ ਗਏ ਤੇ ਵੇਖ ਕਰਕੇ ਬਾਬਾ ਲੈਣਾ ਜੀ ਦੇ ਪੈਰਾਂ ਤੋਂ ਹੇਠ ਜ਼ਮੀਨ ਨਿਕਲ ਗਈ, ਅਸਮਾਨ ਇੱਕਦਮ ਗਰਕ ਗਿਆ, ਅਸਮਾਨ ਜਿਹੜਾ ਉਹਨਾਂ ਦੇ ਉੱਤੇ ਪੈ ਗਿਆ। ਉਹ ਮਨ ਵਿੱਚ ਸੋਚਦੇ ਇੰਨਾ ਵੱਡਾ ਮੇਰੇ ਤੋਂ ਪਾਪ, ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਇੰਨੇ ਦੂਰੋਂ ਮੈਂ ਚੱਲ ਕਰਕੇ ਆਇਆ ਹਾਂ, ਤੇ ਉਹ ਰਾਹਗੀਰ ਬਣ ਕਰਕੇ ਉਹਨਾਂ ਨੇ ਮੇਰੇ ਘੋੜੇ ਦੀਆਂ ਵਾਗਾਂ ਫੜ ਕਰਕੇ ਮੈਨੂੰ ਇੱਥੋਂ ਤੱਕ ਲੈ ਕੇ ਆਏ। ਸਤਿਗੁਰੂ ਮਹਾਰਾਜ ਜੀ ਦਾ ਕੀਤਾ, ਕਿਹਾ ਸਤਿਗੁਰੂ ਮਹਾਰਾਜ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ, ਮੇਰੀ ਗਲਤੀ ਆਪ ਜੀ ਮਾਫ ਕਰ ਦੇਣਾ ਕਰੋ, ਕਿਉਂਕਿ ਇਹ ਗਲਤੀ ਅਣਜਾਣ ਪੁਣੇ ਦੇ ਵਿੱਚ ਹੋਈ। ਜੇ ਮੈਨੂੰ ਪਤਾ ਹੁੰਦਾ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ, ਤੇ ਕਦੇ ਮਹਾਰਾਜ ਮੈਂ ਘੋੜੇ ਤੇ ਚੜ ਕੇ ਨਹੀਂ ਆਉਂਦਾ, ਉੱਥੇ ਹੀ ਮੈਂ ਆਪ ਜੀ ਦਾ ਸਤਿਕਾਰ ਕਰਦਾ, ਆਪ ਜੀ ਨੂੰ ਮੈਂ ਘੋੜੇ ਤੇ ਚੜਾ ਦਿੰਦਾ। ਲੇਕਿਨ ਸਤਿਗੁਰੂ ਮਹਾਰਾਜ ਇਹ ਅਗਿਆਨਤਾ ਦੇ ਵਸ ਹੋਇਆ, ਮੈਨੂੰ ਪਤਾ ਨਹੀਂ ਹੈ, ਇਹ ਨਾ ਸਮਝੀ ਦੇ ਵਿੱਚ ਹੋਇਆ, ਮੇਰੀ ਗਲਤੀ ਨੂੰ ਮਾਫ ਕਰ ਦੇਣਾ ਕਰੋ। ਤੇ ਫਿਰ ਬਾਬਾ ਲੈਣਾ ਜੀ ਨੇ ਕਿਹਾ ਮਹਾਰਾਜ ਇਹ ਕੌਤਕ ਆਪਨੇ ਕਿਉਂ ਵਰਤਾਇਆ? ਬੇਸ਼ੱਕ ਆਪ ਨੂੰ ਤਾਂ ਪਤਾ ਸੀ ਨਾ, ਤੇ ਆਪ ਜੀ ਦੱਸ ਦਿੰਦੇ ਕਿ ਭਾਈ ਮੈਂ ਹੀ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ, ਤੇ ਮੇਰੇ ਤੋਂ ਇਹ ਅਵਗਿਆ ਨਹੀਂ ਹੋ ਸਕਦੀ ਸੀ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਵੇਲੇ ਬਚਨ ਕੀਤਾ ਕਿ ਪੁਰਖਾ ਜਿਹੜੇ ਲੈਣਦਾਰ ਹੁੰਦੇ ਹਨ ਉਹ ਚੜ ਕਰਕੇ ਆਉਂਦੇ, ਤੇ ਦੇਣਦਾਰ ਅਗਲਵੰਡੀ ਜਾ ਕਰਕੇ ਉਹਨਾਂ ਨੂੰ ਨੰਗੇ ਪੈਰੀ ਜਾ ਕਰਕੇ ਉਹਨਾਂ ਨੂੰ ਲੈ ਕੇ ਆਉਂਦੇ ਹਨ। ਤੁਸੀਂ ਲੈਣਦਾਰ ਹੋ ਤੇ ਅਸੀਂ ਤੁਹਾਨੂੰ ਦੇਣਾ ਹੈ। ਉਸ ਵੇਲੇ ਪਤਾ ਨਹੀਂ ਚੱਲਿਆ ਬਾਬਾ ਲੈਣਾ ਜੀ ਨੂੰ, ਲੇਕਿਨ ਸਤਿਗੁਰੂ ਮਹਾਰਾਜ ਜੀ ਨੂੰ ਪਤਾ ਸੀ। ਉਸ ਵੇਲੇ ਤਾਂ ਕੋਈ ਸੇਵਾ ਵੀ ਨਹੀਂ ਕਰਨੀ ਕੀਤੀ, ਕੋਈ ਮਹਾਰਾਜ ਜੀ ਨੇ ਪਰਖ ਨਹੀਂ ਪਾਈ, ਲੇਕਿਨ ਮਹਾਰਾਜ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਦੂਜੇ ਪਾਤਸ਼ਾਹ ਇਹੀ ਹਨ, ਇਹਨਾਂ ਦੇ ਅੰਦਰ ਮੈਨੇ ਜੋਤ ਟਿਕਾਉਣੀ ਹੈ। ਫਿਰ ਰਹਿ ਕਰਕੇ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ ਸੇਵਾ ਕਰਨੀ ਕੀਤੀ। ਤਾਂ ਉਹਨਾਂ ਨੂੰ ਫਿਰ ਜਦੋਂ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ ਹੈ, ਤਾਂ ਉਹ ਬਚਨ ਜਿਹੜਾ ਸਤਿਗੁਰੂ ਮਹਾਰਾਜ ਜੀ ਦਾ ਉਹ ਨੰਗੇ ਪੈਰੀ ਉਹਨਾਂ ਨੂੰ ਲੈਣ ਵਾਲਾਂ ਤੋਂ ਲਿਖ ਦਿੱਤਾ ਗਿਆ, ਉਹਨੂੰ ਕੋਈ ਮੇਟ ਨਹੀਂ ਸਕਦਾ। ਇਹ ਜੋ ਵਡਿਆਈ ਹੈ, ਭਾਵ ਕਿ ਗੁਰੂ ਘਰ ਦੇ ਵਿੱਚ ਇਹ ਗੁਰਤਾ ਗੱਦੀ ਦੀ ਪ੍ਰਾਪਤੀ ਦੀ ਗੱਲ ਚੱਲ ਰਹੀ ਹੈ। ਕਿਉਂਕਿ ਇਹਨੂੰ ਪਿਆਰਿਓ ਕਈ ਲੋਕ ਕਈ ਤਰੀਕਿਆਂ ਦੇ ਵਿੱਚ ਲੈ ਲੈਂਦੇ ਹਨ। ਕਈ ਲੋਕ ਅੱਜ ਆਪਾਂ ਵੇਖਦੇ ਹਾਂ ਸਮਾਜ ਦੇ ਵਿੱਚ, ਇਹ ਸਮਾਜ ਦੀ ਗੱਲ ਨਹੀਂ ਚੱਲ ਰਹੀ ਹੈ। ਸਮਾਜ ਦੇ ਵਿੱਚ ਜਿੰਨਾ ਵੱਡਾ ਕੋਈ ਬੰਦਾ ਚਲਾਕ ਹੋਵੇ, ਪਾਪੀ ਹੋਵੇ, ਬੜਾ ਹੁਸ਼ਿਆਰ ਹੋਵੇ, ਉਹੀ ਚੰਗੇ ਨੀਤੀ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਇਹ ਬੰਦਾ ਪਹੁੰਚ ਜਾਂਦਾ। ਨਹੀਂ ਪਿਆਰਿਓ, ਸੰਸਾਰ ਦੇ ਵਿੱਚ ਇਹ ਤਾਂ ਸਭ ਕੁਝ ਚੱਲਦਾ। ਸਤਿਗੁਰੂ ਮਹਾਰਾਜ ਨੇ ਤਾਂ ਕਿਹਾ ਨਾ ਇਹ ਭਾਈ ਕਾ ਹੈ, ਲੇਕਿਨ ਗੁਰਤਾ ਗੱਦੀ ਜਦੋਂ ਇਹ ਦਾਤ ਦਰਗਾਹ ਤੋਂ ਪ੍ਰਾਪਤ ਹੁੰਦੀ ਹੈ, ਤੇ ਪਰਮਾਤਮਾ ਦੇ ਦਰ ਤੋਂ ਨਾਮ ਦੀ ਦਾਤ, ਸੇਵਾ ਦੀ ਦਾਤ, ਜੋ ਵੀ ਪਰਮਾਤਮਾ ਦੇ ਦਰ ਤੋਂ ਵਡਿਆਈ ਪ੍ਰਾਪਤ ਹੁੰਦੀ, ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਪਰਮਾਤਮਾ ਪਹਿਲਾਂ ਹੀ ਲੇਖ ਕਰਕੇ ਭੇਜ ਦਿੰਦਾ। ਲਿਖਿਆ ਆਵਣ ਜਾਣ, ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਉਹ ਲਿਖ ਕਰਕੇ ਭੇਜ ਦਿੰਦਾ, ਉਹਦੇ ਲੇਖੇ ਦੇ ਵਿੱਚ ਹੀ ਬੰਦਾ ਆਉਂਦਾ, ਤੇ ਫਿਰ ਬਾਅਦ ਦੇ ਵਿੱਚ ਸੰਸਾਰ ਦੀ ਯਾਤਰਾ ਪੂਰੀ ਕਰਕੇ ਚੱਲ ਜਾਂਦਾ। ਨਾਨਕ ਮਤੀ ਮਿਥਿਆ, ਬਾਕੀ ਸਾਰੀਆਂ ਮਤਾਂ ਜਿਹੜੀਆਂ ਹਨ ਕਿ ਆ ਜੀ ਮੈਂ ਇਹ ਕੀਤਾ ਉਹ ਕੀਤਾ, ਇਹ ਸਭ ਮਿਥਿਆ ਹੈ। ਕਰਮ ਸੱਚਾ ਨਿਸ਼ਾਨ, ਪਰਮਾਤਮਾ ਦੇ ਦਰ ਦੇ ਉੱਤੇ ਕਰਮ ਹੀ ਜਿਹੜਾ ਹੈ ਸੱਚਾ ਨਿਸ਼ਾਨ ਹੈ। ਕਰਮ ਦਾ ਮਤਲਬ ਪਿਆਰਿਓ ਇਹਦੇ ਦੋ ਅਰਥ ਬਣਦੇ ਹਨ ਵਿਸ਼ੇਸ਼ ਕਰਕੇ। ਕਰੀਏ ਹਿੰਦਵੀ ਦੇ ਵਿੱਚ ਅਰਥ ਕਰਨਾ ਕਰੀਏ, ਤੇ ਕਰਮ ਦਾ ਮਤਲਬ ਹੁੰਦਾ ਜਿਹੜਾ ਆਪਾਂ ਕੰਮ ਕਰਦੇ ਆ। ਜਿਹੜੇ ਕਰਮ ਕਰਦੇ, ਸੇਵਾ ਹੋ ਗਿਆ, ਇਹ ਵੀ ਇੱਕ ਕਰਮ ਹੈ। ਜੋ ਆਪਾਂ ਕਰਮ ਕਰਦੇ ਆ ਹੱਥਾਂ ਪੈਰਾਂ ਦੇ ਨਾਲ, ਇਹ ਕਰਮ ਦੀ ਸ਼੍ਰੇਣੀ ਦੇ ਬੋਲਦੇ ਆ। ਕਿਰਪਾ ਦਾ ਮਤਲਬ ਹੀ ਕਰਮ ਹੁੰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੱਚਖੰਡ ਗਏ ਸਨ, ਅਕਾਲ ਪੁਰਖ ਪਰਮਾਤਮਾ ਨੇ ਕਿਹਾ ਨਾਨਕ जिस ऊपर तेरा कर्म उस ऊपर मेरा कर्म, जिस ऊपर तेरी रहम उस ऊपर मेरी रहम, तू गुर परमेश्वर ते मैं पार ब्रह्म परमेश्वर। अकाल पुरख ने बचन कीता सी नानक जिस ऊपर तेरा कर्म, कर्म दा मतलब उथे उन्होंने कहा जेदे उत्ते तेरी किरपा है, समझ लै ओदे उत्ते मेरी भी किरपा है।
ਜਿਹਦੇ ਉੱਤੇ ਗੁਰੂ ਨਾਨਕ ਦੇਵ ਜੀ ਤੁਸੀਂ ਪ੍ਰਸੰਨ ਹੋ ਗਏ ਹੋ, ਸਮਝ ਲਿਓ ਮੈਂ ਵੀ ਉਹਦੇ ਉੱਤੇ ਪ੍ਰਸੰਨ ਹੋ ਗਿਆ। ਇਹ ਤਾਂ ਸਭ ਕਿਰਪਾ ਦੀ ਗੱਲ ਹੈ। ਜਦੋਂ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ, ਨੀਚਾ ਹੋ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਟਰੈ, ਐਸੀ ਲਾਲ ਤੁਝ ਬਿਨ ਕੌਣ ਕਰੈ, ਤੇ ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਇਹੋ ਜੀ ਲਾਲ ਕੋਈ ਨਹੀਂ ਕਰ ਸਕਦਾ। ਸਤਿਗੁਰੂ ਮਹਾਰਾਜ ਪਰਮਾਤਮਾ ਦੇ ਹੱਥ ਦੇ ਵਿੱਚ ਹੀ ਹੈ। ਦਾਤ ਜੋਤ ਖਸਮੈ ਵਡਿਆਈ, ਇਹ ਤਾਂ ਖਸਮ ਦੀ ਵਡਿਆਈ, ਪਰਮਾਤਮਾ ਦੀ ਵਡਿਆਈ ਹੈ ਕਿ ਇਹਨੂੰ ਦਾਤ ਦੇਣਾ, ਕਿਹਦੇ ਅੰਦਰ ਜੋਤ ਟਿਕਾਉਣਾ। ਕਿਉਂਕਿ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਨੇ ਕਿਹਾ ਕਿ ਸਤਿਗੁਰੂ ਮਹਾਰਾਜ ਆਪ ਜੀ ਨੇ ਸਾਨੂੰ ਵਾਂਝੇ ਰੱਖ ਦਿੱਤਾ। ਮਹਾਰਾਜ ਜੀ ਨੇ ਕਿਹਾ ਤੁਸੀਂ ਵਾਂਝੇ ਨਹੀਂ ਰਹਿ ਗਏ, ਬਾਬਾ ਲੈਣਾ ਜੀ ਪਹਿਲਾਂ ਹੀ ਉਹ ਲੈਣਦਾਰ ਬਣ ਕੇ ਆਏ, ਤੁਰ ਦਰਗਾਹ ਤੋਂ ਹੀ ਉਹਨਾਂ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਗਈ ਹੈ। ਹਾਂ, ਇਹ ਗੱਲ ਵੱਖਰੀ ਹੈ, ਸਮਾਂ ਜਾਣ ਤੋਂ ਬਾਅਦ ਅਸਾਂ ਨੇ ਦਿੱਤਾ, ਲੇਕਿਨ ਕਰਮ ਉਹਨਾਂ ਦੇ ਉੱਤੇ ਪ੍ਰਮਾਤਮਾ ਦਾ ਪਹਿਲਾਂ ਹੀ ਹੋ ਗਿਆ ਸੀ, ਪਹਿਲਾਂ ਹੀ ਪ੍ਰਮਾਤਮਾ ਦੀ ਮਿਹਰ ਹੋ ਗਈ ਸੀ। ਇੱਥੋਂ ਤੱਕ ਹੀ ਪਿਆਰਿਓ ਅੱਜ ਦੇ ਦੀਵਾਨਾਂ ਦੇ ਵਿੱਚ ਆਪਾਂ ਨੇ ਵਿਚਾਰਾਂ ਨੂੰ ਸਰਵਣ ਕਰਨਾ। ਅੱਗੇ ਸਤਿਗੁਰੂ ਮਹਾਰਾਜ ਉਪਦੇਸ਼ ਦੇ ਕਰਕੇ ਕਿਸ ਤਰ੍ਹਾਂ ਜੋਤੀ ਜੋਤ ਸਮਾਉਂਦੇ ਹਨ, ਉਹ ਪ੍ਰਸੰਗ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਹਾਂ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਾਤਾ ਹੈ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੂਤ ਹੈ ਪਾਰ ਬ੍ਰਹਮ, ਦੁਖ ਭੰਜਨ ਗੁਣਤਾਸ, ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ, ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ, ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ, ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ, ਹੈ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖਾਂ ਹੀ ਐ ਪਰੋਏ, ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ, ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇੱਕ ਓੰਕਾਰ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਨੀ ਸੈਭੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ
ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ। ਅੱਗੇ ਤੋਂ ਸਮੱਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ